ਛੋਟੇ ਜਿਹੇ ਪਿੰਡ ਤੋਂ ਸ਼ੁਰੂਆਤ ਕੀਤੀ ਹੈ ਤੇ ਹੁਣ ਤੁਸੀਂ ਇੱਕ ਸਟੂਡੀਓ ਮਾਡਲ ਟਾਊਨ ਦੇ ਵਿੱਚ ਸਟੂਡੀਓ ਖੋਲ੍ਹਿਆ ਹੋਇਆ। ਇਸ ਮੁਕਾਮ ਨੂੰ ਜੇ ਡਿਸਕ੍ਰਾਈਬ ਕਰਨਾ ਹੋਵੇ, ਇਸ ਜਰਨੀ ਬਾਰੇ ਸਾਡੇ ਨਾਲ ਵੀ ਥੋੜੀ ਸਫ਼ਰ ਬਾਰੇ ਜਿਹੜੀ ਜਾਣਕਾਰੀ ਸਾਂਝੀ ਕਰੋ। ਸਫ਼ਰ 'ਚ ਜਦੋਂ ਜਾਂਦੇ ਆ, ਜਦੋਂ ਭਾਜੀ ਦੱਸਦੇ ਹੁੰਦੇ ਆ ਕਿ ਜਦੋਂ ਸਫ਼ਰ ਚੱਲਦਾ ਹੈ ਉਦੋਂ ਨਹੀਂ ਪਤਾ ਲੱਗਦਾ, ਜਦੋਂ ਪਹੁੰਚ ਗਏ ਇਹ ਵੀ ਨਹੀਂ ਪਤਾ ਲੱਗਦਾ ਹੁੰਦਾ। ਤੇ ਸਾਨੂੰ ਹਜੇ ਵੀ ਇੱਦਾਂ ਲੱਗਦਾ ਕਿ ਜਦੋਂ ਅਸੀਂ ਇਕੱਠੇ ਜਾਂਦੇ ਆ, ਗੱਲ ਇਹ ਹੁੰਦੀ ਆ ਯਾਰ ਅੱਜ ਆਹ ਕਰ ਲਿਆ, ਹੁਣ ਕੱਲ ਨੂੰ ਆਪਾਂ ਆਹ ਕਰਾਂਗੇ। ਫਿਰ ਸਫ਼ਰ ਜਦ ਪਹੁੰਚ ਹੋਈ ਨਹੀਂ, ਹਜੇ ਪਹੁੰਚਾਂਗੇ ਪਰ ਹਜੇ ਚੱਲ ਰਹੇ ਆ ਕਿ ਸਫ਼ਰ ਨਹੀਂ ਹੈਗਾ, ਅਸੀਂ ਸਫ਼ਰਾਂ ਤੇ ਹੀ ਆ ਵੀ ਸਫ਼ਰ ਚੱਲੀ ਜਾਣੇ ਕਿ ਜਿੰਨਾ ਟਾਈਮ ਕੰਮ ਕਰੀ ਜਾਓਗੇ, ਵਧੀਆ ਕੰਮ ਕਰੀ ਜਾਓਗੇ, ਉਨੇ ਹੀ ਉੱਤੇ ਤੁਰੇ ਜਾਓਗੇ। ਹਰ ਬੰਦਾ ਸੋਚਦਾ ਆ ਕਿ ਕੁਛ ਆਪਣਾ ਹੋਵੇ। ਜਦੋਂ ਤੁਸੀਂ ਜੌਬ ਕਰਦੇ ਆ, ਤੁਸੀਂ ਚਲੋ ਚੰਗੇ ਲਈ ਕਰਦੇ ਆ ਜੌਬ ਵੀ, ਤੇ ਉੱਥੇ ਵਧੀਆ ਵੀ ਚੱਲਦਾ ਹੁੰਦਾ, ਪਰ ਕਿਤੇ ਨਾ ਕਿਤੇ ਜਾ ਕੇ ਹਰ ਬੰਦੇ ਨੂੰ ਸੁਪਨਾ ਹੁੰਦਾ ਕਿ ਮੈਂ ਕਿਸੇ ਦੇ ਕੰਮ ਕਰਦਾ ਪਰ ਇੱਕ ਦਿਨ ਮੇਰਾ ਹੋਊਗਾ। ਫਿਰ ਉਸ ਤੋਂ ਬਾਅਦ ਜਦੋਂ ਕਰੋਨਾ ਟਾਈਮ ਦੇ ਵਿੱਚ ਜਦੋਂ ਲੋਕਡਾਊਨ ਸੀਗਾ, ਅਸੀਂ ਕਾਫੀ ਟਾਈਮ ਗੱਲ ਕਰਦੇ ਸੀ ਵੀ ਯਾਰ ਆਪਣਾ ਕੁਛ ਇੱਦਾਂ ਦਾ ਹੋਵੇ, ਆਪਣਾ ਹੋਵੇ ਜਿਹਦੇ 'ਚ ਆਪਣੀ ਮਰਜ਼ੀ ਹੋਵੇ, ਜਾਂ ਅਸੀਂ ਜਦੋਂ ਆਪਣਾ ਹੁੰਦਾ ਉਦੋਂ ਤੁਸੀਂ ਜ਼ਿਆਦਾ ਵਧੀਆ ਕਰ ਸਕਦੇ ਹੋ। ਕਈ ਵਾਰ ਕਿਤੇ ਇੰਨਾ ਤੁਸੀਂ ਆਪਣਾ 100% ਨਹੀਂ ਦੇ ਸਕਦੇ, ਜੇ ਦੇ ਵੀ ਸਕਦੇ ਆ ਤਾਂ ਕਿਤੇ ਨਾ ਕਿਤੇ ਕੰਟਰੋਲ ਜਿਹੇ 'ਚ ਹੁੰਦਾ ਬੰਦਾ ਕਿ ਇੰਨਾ ਕਰ ਸਕਦੇ ਜਾਂ ਇੰਨਾ ਹੋਵੇ। ਉਦੋਂ ਸੋਚਿਆ ਸੀ, ਉਸ ਤੋਂ ਬਾਅਦ ਹੌਲੀ ਪਹਿਲਾਂ ਇਹ ਹੋ ਗਿਆ, ਬਣ ਗਿਆ, ਸੋਹਣਾ ਰਿਸਪੌਂਸ ਮਿਲਿਆ, ਹੁਣ ਅੱਗੇ ਹੋ ਗਿਆ। ਇੱਥੋਂ ਸ਼ੁਰੂ ਕੀਤਾ ਮੈਂ। ਰੇਂਜ ਸਾਡੇ ਕੋਲ ਨੋਰਮਲ ਵਿਦ ਸਟਿਚ ਕਿ ਸਟਿਚਿੰਗ ਕਰਕੇ ਕੁੜਤਾ ਪਜਾਮਾ 2200 ਤੋਂ ਵਧੀਆ ਕੁੜਤਾ ਪਜਾਮਾ ਸੀ ਕੇ ਕਿਸੇ ਵੀ ਸਾਈਜ਼ ਦਾ ਉਹ ਬਣ ਜਾਂਦਾ। ਤੇ ਅਪ ਰੇਂਜ ਜਦੋਂ ਤੁਸੀਂ ਅਪ ਰੇਂਜ ਜਾਂਦੇ ਆ, ਫਿਰ ਤੁਸੀਂ ਬੇਸਿਕ ਰੇਂਜ ਰੱਖਦੇ ਆ, ਮਿਡਲ ਰੇਂਜ ਰੱਖਦੇ ਆ, ਫਿਰ ਅਪ ਰੇਂਜ। ਸਾਡੇ ਕੋਲ ਮੇਰਾ ਆਪਣਾ ਐਕਸਪੀਰੀਅੰਸ ਹੈ ਕਿ ਸਾਡੇ ਕੋਲ 10-10 ਹਜ਼ਾਰ ਦਾ ਕੁੜਤਾ ਪਜਾਮਾ ਵੀ ਲੋਕੀ ਲੈ ਕੇ ਗਏ ਆ ਤੇ ਖੁਸ਼ ਹੋ ਕੇ ਲੈ ਕੇ ਗਏ। ਲੇਡੀ ਸਾਈਡ ਲਹਿੰਗਾ ਆ ਤੇ ਮੈਨ ਸਾਈਡ ਸ਼ੇਰਵਾਨੀ ਬੈਸਟ ਜੋ ਹੁੰਦਾ ਆ, ਜੇ ਵੈਡਿੰਗ ਤੇ ਪਾਉਣਾ ਆ, ਜੋ ਆਪਣਾ ਪੁਰਾਣਾ ਜੋ ਐਥਨਿਕ ਆ ਸਾਡਾ, ਉਹ ਸ਼ੇਰਵਾਨੀ ਆ। ਤੁਸੀਂ ਮੇਰੇ ਬੈਕ ਤੇ ਦੇਖ ਰਹੇ ਆ ਕਿ ਇਹ ਸ਼ੇਰਵਾਨੀ ਦੇ ਸਾਡੇ ਜਿਹੜੇ ਡਿਜ਼ਾਈਨ ਆ, ਇਹ ਅਸੀਂ ਸਪੈਸ਼ਲੀ ਓਪਨਿੰਗ ਤੇ ਅਸੀਂ ਡਿਜ਼ਾਈਨ ਕੀਤੇ ਸੀਗੇ। ਕਾਰੀਗਰ ਆਪਣੇ ਆ, ਫਿਰ ਉਹਨਾਂ ਨੂੰ ਡਿਜ਼ਾਈਨਿੰਗ ਅਸੀਂ ਦੱਸਣੀ ਆ ਕਿ ਆਪਾਂ ਡਿਜ਼ਾਈਨਿੰਗ ਕਿੱਦਾਂ ਕਰਨਾ। ਹੁਣ ਆਹ ਚੀਜ਼ ਆ ਜਿਹੜੀ, ਇਹ ਇੱਕ ਕਾਰੀਗਰ ਦੇ 2 ਦਿਨ ਲੱਗੇ ਹੋਏ ਇਹਨੂੰ ਬਣਾਉਣ ਦੇ ਲਈ। ਇਕੱਲੀ ਚੀਜ਼ ਹੈਂਡਮੇਡ ਆ। ਫਿਰ ਕਢਾਈਆਂ ਦੀਆਂ ਕੁਆਲਿਟੀਆਂ ਉਹ ਤੁਸੀਂ ਕਿੱਦਾਂ ਮੇਨਟੇਨ ਕਰਦੇ ਆ, ਤੁਹਾਡੀ ਮੇਨਟੇਨ ਕਰਨ ਦੇ ਉੱਤੇ ਹੀ ਤੁਹਾਡੀ ਸ਼ੌਪ ਦੀ ਰੈਪੂਟੇਸ਼ਨ ਆ। ਜੇ ਅਸੀਂ ਚੰਗਾ ਮੇਨਟੇਨ ਕਰਦੇ ਆ, ਸਾਡਾ ਚੰਗਾ ਵਧੀਆ ਅੱਗੇ ਰਿਸਪੌਂਸ ਚੰਗਾ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬੀ ਬੁਲੇਟਿਨ। ਇਸ ਸਮੇਂ ਮੈਂ ਨਿਰਮਾਣ ਸਟੂਡੀਓ ਦੇ ਵਿੱਚ ਮੌਜੂਦ ਹਾਂ, ਜਿੱਥੇ ਕਿ ਵੈਡਿੰਗ ਨੂੰ ਲੈ ਕੇ ਹਰੇਕ ਚੀਜ਼ ਜਿਹੜੀ ਹੈ ਤੁਹਾਨੂੰ ਇੱਥੇ ਅਵੇਲੇਬਲ ਮਿਲ ਰਹੀ ਹੈ। ਤੁਸੀਂ ਦੇਖ ਸਕਦੇ ਹੋ ਕਿ ਕੰਪਲੀਟ ਰੇਂਜ ਹੈ ਵੈਡਿੰਗ ਨੂੰ ਲੈ ਕੇ, ਮੈਨਸ ਵੇਅਰ ਦੀ ਕੰਪਲੀਟ ਰੇਂਜ ਤੁਹਾਨੂੰ ਇੱਥੇ ਅਵੇਲੇਬਲ ਮਿਲੇਗੀ। ਤੇ ਇਸ ਨਾਲ ਹੀ ਇਸ ਸ਼ਾਪ ਦੀ ਗੱਲ ਕਰੀਏ ਤਾਂ ਇਸ ਦੀ ਖਾਸੀਅਤ ਇਹ ਹੈ ਕਿ ਸਿਮਰ ਜੋ ਕਿ ਇਸ ਦੇ ਓਨਰ ਨੇ, ਉਹਨਾਂ ਵੱਲੋਂ ਇੱਕ ਪਿੰਡ ਚੋਂ ਉੱਠ ਕੇ, ਛੋਟੇ ਜਿਹੇ ਪਿੰਡ ਤੋਂ ਇਸ ਦੀ ਸ਼ੁਰੂਆਤ ਕੀਤੀ ਸੀ। ਛੋਟੇ ਜਿਹੇ ਪਿੰਡ ਤੋਂ ਉੱਠ ਕੇ ਉਹਨਾਂ ਨੇ ਇੱਕ ਸ਼ਾਪ ਦੇ ਵਿੱਚ 10 ਸਾਲ ਕੰਮ ਕੀਤਾ ਤੇ ਜਿਸ ਤੋਂ ਬਾਅਦ ਉਹਨਾਂ ਨੇ ਆਪਣਾ ਇੱਕ ਸਟੂਡੀਓ ਖੋਲਿਆ ਸੀ, ਜਿਸ ਦੇ ਵਿੱਚ ਉਹ ਆਪਣੇ ਕੱਪੜਿਆਂ ਦੀ ਕੰਪਲੀਟ ਰੇਂਜ ਮਿਲਦੀ ਸੀ। ਤੇ ਜਿਸ ਤੋਂ ਬਾਅਦ ਹੁਣ ਉਹਨਾਂ ਨੇ ਇੱਕ ਵੈਡਿੰਗ ਸੈਕਸ਼ਨ ਦੀ ਸ਼ੁਰੂਆਤ ਕੀਤੀ ਹੈ, ਜਿਸ ਦੀ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਤੇ ਉਹਨਾਂ ਦੇ ਨਾਲ ਹੀ ਉਹਨਾਂ ਦੇ ਬ੍ਰਦਰ ਜਿਹੜੇ ਨੇ ਇਕਬਾਲ ਸਿੰਘ ਵੀ ਮੌਜੂਦ ਨੇ, ਜੋ ਕਿ ਉਹਨਾਂ ਦੇ ਨਾਲ ਦੋਵੇਂ ਭਰਾ ਜਿਹੜੇ ਨੇ ਇਕੱਠੇ ਕੰਮ ਕਰਦੇ ਨੇ। ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ। ਤੇ ਅਸੀਂ ਤੁਹਾਨੂੰ ਵੈਰਾਈਟੀਜ਼ ਵੀ ਦਿਖਾਵਾਂਗੇ, ਇਸ ਦੀ ਸ਼ੁਰੂਆਤ ਕਿਵੇਂ ਹੋਈ ਸੀ, ਇਸ ਬਾਰੇ ਵੀ ਸਾਰੀ ਅਸੀਂ ਗੱਲਬਾਤ ਜਿਹੜੀ ਹੈ ਜ਼ਰੂਰ ਕਰਾਂਗੇ। ਇਕਬਾਲ ਜੀ, ਜੇ ਆਪਾਂ ਸਭ ਤੋਂ ਪਹਿਲਾਂ ਗੱਲ ਕਰੀਏ ਵੈਰਾਈਟੀਜ਼ ਦੀ, ਤਾਂ ਕਿਹੜੀ ਵੈਰਾਈਟੀਜ਼ ਇੱਥੇ ਵੈਡਿੰਗ ਨੂੰ ਲੈ ਕੇ ਅਵੇਲੇਬਲ ਨੇ ਮੈਨਸ ਵੇਅਰ ਦੇ ਵਿੱਚ? ਮੈਨਸ ਵੇਅਰ ਮੈਮ ਜਿੱਦਾਂ ਲੇਡੀ ਸਾਈਡ ਲਹਿੰਗਾ ਆ ਤੇ ਮੈਨ ਸਾਈਡ ਸ਼ੇਰਵਾਨੀ ਬੈਸਟ ਜੋ ਹੁੰਦਾ ਆ, ਜੇ ਵੈਡਿੰਗ ਤੇ ਪਾਉਣਾ ਆ, ਜੋ ਆਪਣਾ ਪੁਰਾਣਾ ਜੋ ਐਥਨਿਕ ਆ ਸਾਡਾ, ਉਹ ਸ਼ੇਰਵਾਨੀ ਆ। ਤੁਸੀਂ ਮੇਰੇ ਬੈਕ ਤੇ ਦੇਖ ਰਹੇ ਆ ਕਿ ਇਹ ਸ਼ੇਰਵਾਨੀ ਦੇ ਸਾਡੇ ਜਿਹੜੇ ਡਿਜ਼ਾਈਨ ਆ, ਇਹ ਅਸੀਂ ਸਪੈਸ਼ਲੀ ਓਪਨਿੰਗ ਤੇ ਅਸੀਂ ਡਿਜ਼ਾਈਨ ਕੀਤੇ ਸੀਗੇ ਡਿਸਪਲੇ ਦੇ ਲਈ, ਕਿਉਂਕਿ ਹਰੇਕ ਕਸਟਮਰ ਚਾਹੁੰਦਾ ਕਿ ਤੁਸੀਂ ਇੱਕ ਕੱਪੜਾ ਪਿਆ ਦੇਖਦੇ ਆ, ਉਹ ਤੁਹਾਡਾ ਹੋਰ ਇਮੈਜੀਨੇਸ਼ਨ ਆ ਕਿ ਤੁਸੀਂ ਕਿੱਦਾਂ ਦੀ ਬਣਾਉਣੇ ਆ। ਇੱਕ ਤੁਸੀਂ ਉਹਨੂੰ ਲਾ ਕੇ ਮੈਨੀਕੁਇਨ ਤੇ ਜਾਂ ਡੰਮੀ ਸਾਈਜ਼ ਕੋਈ ਲਾ ਦਿੰਦੇ ਆ, ਉਹ ਇੱਕ ਕਲੀਅਰ ਹੋ ਜਾਂਦੀ ਪਿਕਚਰ ਕਿ ਇਹ ਬਣ ਤੋਂ ਬਾਅਦ ਇਦਾਂ ਦਾ ਲੱਗੂਗਾ। ਤੇ ਹੁਣ ਜਿੱਦਾਂ ਇਹ 3 ਡਿਜ਼ਾਈਨ ਆ ਮੇਰੇ ਪਿੱਛੇ, ਇਹਨਾਂ ਵਿੱਚ ਪਹਿਲਾਂ ਤਾਂ ਮੇਨ ਗੱਲ ਇਹ ਹੁੰਦੀ ਆ ਕਿ ਲੜਕੀ ਨੇ ਕੀ ਪਾਉਣਾ, ਬ੍ਰਾਈਡਲ ਦਾ ਡਰੈਸ ਕੀ ਆ। ਕੁੜੀਆਂ ਮੋਸਟਲੀ ਪਹਿਲਾਂ ਚੂਜ਼ ਕਰ ਲੈਂਦੀਆਂ, ਜੇ ਉਹ ਗ੍ਰੀਨ ਕਲਰ ਕਰਦੇ ਆ, ਫਿਰ ਅਸੀਂ ਟੋਟਲ ਐਕਸੈਸਰੀ ਜਿਹੜੀ ਆ ਮੈਨ ਸਾਈਡ ਆ, ਉਹ ਅਸੀਂ ਗ੍ਰੀਨ ਕਰਾਂਗੇ। ਗ੍ਰੀਨ ਪੱਲਾ ਹੋਏਗਾ, ਗ੍ਰੀਨ ਪਗੜੀ ਹੋਏਗੀ, ਜੁੱਤੀ ਜੋ ਉਹ ਵੀ ਅਸੀਂ ਦਿੰਦੇ ਆ, ਉਹ ਸ਼ੇਰਵਾਨੀ ਨਾਲ ਦੀ ਹੋਏਗੀ। ਮਾਲਾ ਕਸਟਮ ਮੇਡ ਆ, ਹਰੇਕ ਤਰ੍ਹਾਂ ਦਾ ਪਰਲ ਮਿਲ ਜਾਂਦਾ। ਜਿੱਦਾਂ ਮੇਰੇ ਪਿੱਛੇ ਮੈਜੈਂਟਾ ਕਲਰ ਆ, ਮੋਸਟ ਇਹਨਾਂ ਦਿਨਾਂ 'ਚ ਟ੍ਰੈਂਡ 'ਚ ਆ ਕਿ ਲੇਡੀਜ਼ ਮੈਜੈਂਟਾ, ਇਹਨੂੰ ਰਾਣੀ ਕਲਰ ਪੰਜਾਬੀ 'ਚ ਕਹਿੰਦੇ ਆ। ਰਾਣੀ ਕਲਰ ਪਾਉਣਗੇ ਤਾਂ ਇਹ ਵਾਲਾ ਮੈਚਿੰਗ ਉਹਦੇ ਨਾਲ ਪ੍ਰੋਪਰ ਹੋਏਗਾ। ਇਹੀ ਵੈਰਾਈਟੀ ਹੁੰਦੀ ਆ ਜਿਹੜੀ ਵੈਡਿੰਗ ਵੇਲੇ ਜਦੋਂ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਆ, ਉਦੋਂ ਜੋ ਮੈਨਸ ਵੇਅਰ ਦੇ ਵਿੱਚ ਮੇਨ ਚੱਲਦੀ ਹੈ। ਸਰ, ਜੇ ਆਪਾਂ ਗੱਲ ਕਰੀਏ ਕਸਟਮਾਈਜ਼ੇਸ਼ਨ ਦੀ, ਤਾਂ ਕਸਟਮਰ ਆਪ ਸੁਜੈਸਟ ਕਰਦੇ ਨੇ ਜਾਂ ਫਿਰ ਤੁਹਾਡੇ ਵੱਲੋਂ ਵੀ ਕੋਈ ਗਾਈਡੈਂਸ ਦਿੱਤੀ ਜਾਂਦੀ ਹੈ ਕਿ ਲੜਕੀ ਦੇ ਕੱਪੜੇ ਇਸ ਤਰ੍ਹਾਂ ਦੇ ਨੇ ਤਾਂ ਤੁਹਾਨੂੰ ਵੀ ਇਸ ਤਰ੍ਹਾਂ ਦੀ ਅਸੈਸਰੀ ਚੂਜ਼ ਕਰਨੀ ਚਾਹੀਦੀ ਹੈ, ਇਸ ਤਰ੍ਹਾਂ ਦੇ ਕੱਪੜੇ ਤੁਹਾਨੂੰ ਚੂਜ਼ ਕਰਨੇ ਚਾਹੀਦੇ ਨੇ, ਇਸ ਤਰ੍ਹਾਂ ਦੀ ਸ਼ੇਰਵਾਨੀ ਪਾਣੀ ਚਾਹੀਦੀ ਹੈ? ਨਹੀਂ, ਇਹ ਕੰਮ ਸਾਡਾ ਆ।
ਕਿ ਅਸੀਂ ਡਿਜ਼ਾਈਨਰ ਹਾਂ ਤੇ ਅਸੀਂ ਦੇਖਣਾ ਆ। ਉਹ ਇਹ ਹੁੰਦਾ ਕਿ ਜੇ ਲੇਡੀਜ਼ ਨੇ ਜੋ ਵੀ ਕੀਤਾ ਉਹਦੀ ਪਿਕਚਰ ਜ਼ਰੂਰ ਲੈ ਕੇ ਆਉਂਦੇ ਆ ਕਿ ਉਹਨਾਂ ਨੇ ਆਹ ਸਟਾਈਲ ਪਾਉਣਾ, ਤੁਸੀਂ ਇਸ ਲਈ ਸੁਜੈਸਟ ਕੀ ਕਰਦੇ ਆ। ਅਸੀਂ ਸੁਜੈਸਟ ਕਰਾਂਗੇ 2 ਜਾਂ 3 ਚੀਜ਼ਾਂ ਕਿ ਜਿਹਦੇ ਵਿੱਚ ਪੈਂਟ ਨਾਲ ਪਾਉਣੀ ਆ, ਤੁਸੀਂ ਪਜਾਮੀ ਪਾਉਣੀ ਆ, ਜਾਂ ਤੁਸੀਂ ਨਾਰਮਲ ਪਜਾਮਾ ਕੁੜਤਾ ਉੱਪਰ ਸ਼ੇਰਵਾਨੀ ਪਾਉਣੀ ਆ, ਤੇ ਸ਼ੇਰਵਾਨੀ ਦੇ ਨਾਲ ਐਕਸੈਸਰੀ ਦੇ ਕਲਰ ਜਿਹੜੇ ਆ ਉਹ ਅਸੀਂ ਉਹਨਾਂ ਨੂੰ ਚੂਜ਼ ਕਰਨ ਲਈ ਦਿੰਦੇ ਆ ਕਿ ਸਾਡੇ ਕੋਲ ਆਹ ਆਪਸ਼ਨ ਆ, ਤੁਸੀਂ ਆਪਸ਼ਨ ਦੇਖ ਲਓ, ਉਹ 'ਚੋਂ ਜਿਹੜਾ ਤੁਹਾਨੂੰ ਪਸੰਦ ਹੈ ਉਹ ਰੈਡੀ ਕਰ ਦਾਂਗੇ। ਤੇ ਜਿਹੜਾ ਬਿਲਕੁਲ ਐਕੂਰੇਟ ਹੋਏਗਾ ਅਸੀਂ ਉਹੀ ਸੁਜੈਸਟ ਕਰਾਂਗੇ। ਜੋ ਗਲਤ ਵੀ ਕਰਨਗੇ ਫਿਰ ਵੀ ਅਸੀਂ ਉਹਨਾਂ ਨੂੰ ਗਾਈਡ ਕਰਾਂਗੇ। ਸਰ ਕਸਟਮਰਸ ਵੱਲੋਂ ਵੀ ਆਪਣੀ ਡਿਜ਼ਾਈਨਿੰਗ ਹੁੰਦੀ ਹੈ, ਹਰ ਇੱਕ ਦਾ ਆਪਣਾ ਇੱਕ ਵੈਡਿੰਗ ਡੇ ਨੂੰ ਲੈ ਕੇ ਹਰ ਇੱਕ ਨੇ ਆਪਣੇ ਕੋਈ ਸੋਚਿਆ ਹੁੰਦਾ ਹੈ ਕਿ ਮੈਂ ਇਹ ਚੀਜ਼ ਕਰਨੀ ਹੈ, ਇਹ ਚੀਜ਼ ਕਰਨੀ ਹੈ। ਬਹੁਤ ਸਾਰੇ ਕਸਟਮਰਸ ਦੀਆਂ ਅਲੱਗ-ਅਲੱਗ ਡਿਮਾਂਡਸ ਹੁੰਦੀਆਂ ਹੋਣਗੀਆਂ। ਕਿਸ ਤਰ੍ਹਾਂ ਦੀਆਂ ਡਿਮਾਂਡਸ ਲੈ ਕੇ ਕਸਟਮਰਸ ਇੱਥੇ ਆਉਂਦੇ ਨੇ? ਡਿਮਾਂਡਸ ਮੇਨ ਜੋ ਪੰਜਾਬੀ ਇੰਡਸਟਰੀ ਦਾ ਹੋ ਰਿਹਾ ਇਸ ਟਾਈਮ ਹੈ ਕਿ ਸਾਰੇ ਮੂਵੀਜ਼ ਤੇ ਡਿਪੈਂਡ ਹੋ ਗਏ। ਮੂਵੀਜ਼ ਵਿੱਚ ਜੋ ਚੀਜ਼ਾਂ ਟ੍ਰੈਂਡ 'ਚ ਆਉਣਗੀਆਂ ਉਹੀ ਨਾਰਮਲ ਲਾਈਫ 'ਚ ਆਉਣਗੀਆਂ। ਜੇ ਲਾ ਲਓ ਕਿ ਕੋਈ 70s ਦੀ ਸਟੋਰੀ ਆ ਜਾਂ 80s ਦੀ ਸਟੋਰੀ ਆ, ਉਦੋਂ ਕੀ ਪਾਇਆ ਸੀ, ਕੁੜਤੇ ਪਜਾਮੇ ਨਾਲ ਜੈਕਟ, ਜਾਂ ਉਹ ਡਿਸਪਲੇ ਵਧੀਆ ਕਰ ਦਿੰਦੇ ਆ ਤਾਂ ਸਾਨੂੰ ਈਜ਼ੀ ਹੋ ਜਾਂਦਾ ਕਿ ਕਸਟਮਰ ਘਰੋਂ ਹੀ ਪਿਕਚਰ ਲੈ ਕੇ ਆ ਜਾਂਦਾ ਕਿ ਮੈਨੂੰ ਕੁਛ ਇਦਾਂ ਦਾ ਕਰੋ, ਬਸ ਅਸੀਂ ਉਹਨੂੰ ਮੋਡੀਫਾਈ ਕਰਦੇ ਹਾਂ। ਥੋੜਾ ਜਿਹਾ ਮੋਡੀਫਾਈ ਕਰ ਦਿਓ, ਥੋੜੇ ਨਵੇਂ ਰੰਗ ਪਾ ਦਿਓ, ਥੋੜੀ ਐਕਸੈਸਰੀ ਐਡ ਆਨ ਕਰ ਦਿਓ ਤਾਂ ਵਧੀਆ ਬਣ ਜਾਂਦਾ। ਸਰ ਤੁਸੀਂ ਵੈਰਾਈਟੀਜ਼ ਜਿਹੜੀ ਹੈ ਤੁਸੀਂ ਸਾਨੂੰ ਜਿਹੜੀ ਸ਼ੇਰਵਾਨੀ ਤੇ ਦਿਖਾ ਰਹੇ ਹੋ, ਹੋਰ ਵੀ ਅਸੀਂ ਰੇਂਜ ਦੇਖ ਰਹੇ ਹਾਂ ਇੱਥੇ, ਜਿੱਦਾਂ ਕਾਫੀ ਸਾਰੇ ਅਸੀਂ ਤਸਵੀਰਾਂ ਦੇ ਵਿੱਚ ਵੀ ਦਿਖਾਵਾਂਗੇ ਕਿ ਕਿੰਨੀਆਂ ਵੈਰਾਈਟੀਜ਼ ਇੱਥੇ ਅਵੇਲੇਬਲ ਨੇ। ਪਲੀਜ਼ ਉਹਨਾਂ ਬਾਰੇ ਵੀ ਸਾਨੂੰ ਜਾਣਕਾਰੀ ਜਿਹੜੀ ਹੈ ਜ਼ਰੂਰ ਦਿੱਤੀ ਜਾਵੇ। ਐਕਚੁਅਲੀ ਇਹ ਜਿਹੜਾ ਸਾਡਾ ਇਹ ਸੈਕਸ਼ਨ ਹੈ, ਇਹ ਸਾਰਾ ਵੈਡਿੰਗ ਸੈਕਸ਼ਨ ਆ, ਤੇ ਵੈਡਿੰਗ ਦੇ ਵਿੱਚ ਜੋ ਮੇਨ ਚੀਜ਼ਾਂ ਐਥਨਿਕ ਵੀਅਰ 'ਚ ਆਉਂਦੀਆਂ ਆ ਅਸੀਂ ਉਹੀ ਡਿਸਪਲੇ ਕੀਤੀਆਂ ਆ। ਆਪਾਂ ਨੀਚੇ ਜਾਵਾਂਗੇ ਜੇ ਮੌਕਾ ਮਿਲਿਆ ਤੁਹਾਨੂੰ, ਜਿਹੜਾ ਸਾਡਾ ਪਹਿਲਾ ਸਟੋਰ ਆ ਆਪਾਂ ਉੱਥੇ ਸਾਰੀਆਂ ਚੀਜ਼ਾਂ ਜਿਹੜੀਆਂ ਕੁੜਤੇ ਪਜਾਮੇ ਆ, ਜੈਕਟਸ ਆ, ਫਿਰ ਹੋਰ ਪੈਂਟ ਸ਼ਰਟ ਆ, ਕਾਫੀ ਚੀਜ਼ਾਂ ਜਿਹੜੀਆਂ ਉੱਥੇ ਮੈਂ ਤੁਹਾਨੂੰ ਉਹ ਦਿਖਾਵਾਂਗਾ। ਮੇਨ ਵੈਡਿੰਗ ਤੇ ਆਈਏ ਤੇ ਆਹ ਸੈਕੰਡ ਚੀਜ਼ ਆ ਸ਼ੇਰਵਾਨੀ ਤੋਂ ਬਿਨਾਂ, ਇਹਨੂੰ ਕਹਿੰਦੇ ਆ ਇੰਗਲਿਸ਼ ਸੂਟ ਆ, ਟਕਸੀਡੋ। ਇਹ ਵੀ ਡਿਪੈਂਡੈਂਟ ਫਿਰ ਲੇਡੀ ਸਾਈਡ ਆ ਕਿ ਲੇਡੀਜ਼ ਨੇ ਮੈਰਿਜ ਟਾਈਮ ਲਹਿੰਗਾ ਪਾਉਣਾ, ਆਫਟਰ ਜਿਹੜੀ ਰਿਸੈਪਸ਼ਨ ਆ ਉਹਦੇ ਉੱਤੇ ਲੇਡੀਜ਼ ਨੂੰ ਪ੍ਰੈਫਰ ਕਰਦੇ ਆ ਜੋ ਮੇਨ ਗਾਊਨ ਜਿਹਨੂੰ ਕਹਿੰਦੇ ਆਪਾਂ। ਹੁਣ ਗਾਊਨ ਇੰਗਲਿਸ਼ ਡਰੈਸ ਆ ਤੇ ਉਹਦੇ ਨਾਲ ਤੁਸੀਂ ਮੈਨ ਸਾਈਡ ਇੰਗਲਿਸ਼ ਕਰੋਗੇ। ਟਕਸੀਡੋ ਸੂਟ ਆ ਇਹ ਗਾਊਨ ਕਾਲਰ, ਤੇ ਇਹ ਮੇਨ ਇੰਗਲਿਸ਼ ਸੂਟ ਕਹਿੰਦੇ ਆ ਇਹਨੂੰ। ਇਹਦੇ ਵਿੱਚ ਇਹ ਹੁੰਦਾ ਕਿ ਪ੍ਰਿੰਟਡ, ਸਾਰਾ ਪ੍ਰਿੰਟਡ ਕੱਪੜਾ ਆ, ਬਲੈਕ, ਉੱਪਰ ਸੇਮ ਬੋਟ ਆਈ ਆ, ਬੋਟ ਆਈ ਇਹਨੂੰ ਬੋਟ ਆਈ ਆ ਵੀ ਇੰਗਲਿਸ਼ ਆਈ ਆ। ਪਰ ਇਹਦੇ ਨਾਲ ਸੇਮ ਬੋਟ ਆਈ ਅਸੀਂ ਕਸਟਮਾਈਜ਼ ਕੀਤੀ ਆ, ਤੁਸੀਂ ਦੇਖ ਸਕਦੇ ਆ, ਨਾਲ ਬਰੋਚ ਲੱਗਾ ਆ। ਇਹ ਮੇਨ ਬਲੈਕ ਆ ਤੇ ਲੇਡੀ ਸਾਈਡ ਮੇ ਵੀ ਗ੍ਰੇ ਹੋਊਗਾ। ਇਹਦੇ ਨਾਲ ਜੋ ਸਹੀ ਐਪਰੋਪ੍ਰੀਏਟ ਬਣਦਾ ਆ ਉਹ ਗ੍ਰੇ ਆ। ਤੇ ਨੈਕਸਟ ਜਿਹੜੇ ਪਿੱਛੇ ਆ ਸਾਰੇ ਉਹ ਸਾਡੇ ਐਥਨਿਕ ਆ। ਇਹ ਤੋਂ ਇਲਾਵਾ ਇੱਕ ਟਕਸੀਡੋ ਹੋ ਰਿਹਾ ਕਿ ਉਹ ਵੀ ਤੁਹਾਨੂੰ ਮੈਂ ਦਿਖਾ ਦਿੰਦਾ। ਇਹ ਵਾਲਾ ਵਾਈਟ ਟਕਸੀਡੋ ਆ। ਹੁਣ ਜੇ ਲੇਡੀ ਸਾਈਡ ਡਾਰਕ ਹੋਏਗੀ, ਮੰਨ ਲਓ ਕਿ ਬਹੁਤ ਡਾਰਕ ਬਲੂ ਕਲਰ ਹੋਏਗਾ, ਉਹਦੇ ਨਾਲ ਅਸੀਂ ਵਾਈਟ ਸੁਜੈਸਟ ਕਰਾਂਗੇ ਕਿ ਜਦੋਂ ਤੁਸੀਂ ਕਪਲ ਨੂੰ ਇਕੱਠੇ ਦੇਖਦੇ ਆ, ਇੱਕ ਸਾਈਡ ਡਾਰਕ ਹੋਊਗੀ, ਇੱਕ ਸਾਈਡ ਬ੍ਰਾਈਟ ਹੋਊਗੀ। ਜੇ ਲੇਡੀ ਸਾਈਡ ਉਹਨਾਂ ਨੇ ਡਾਰਕ ਕਰਤਾ ਫਿਰ ਅਸੀਂ ਆਹ ਟਕਸੀਡੋ ਕਰਾਂਗੇ। ਬਾਕੀ ਇੰਡੋ ਵੈਸਟਰਨਸ ਆ, ਉਹ ਵੀ ਤੁਸੀਂ ਸਾਰੀਆਂ ਚੀਜ਼ਾਂ ਦੇਖ ਸਕਦੇ। ਇਹ ਗ੍ਰੀਨ ਇੰਡੋ ਆ, ਇਹ ਇੰਡੋ ਵੈਸਟਰਨ ਸਟਾਈਲ ਆ, ਇਹਦੇ ਨਾਲ ਪੈਂਟ ਆਉਂਦੀ ਆ। ਇੱਕ ਉਧਰ ਇੰਡੋ ਵੈਸਟਰਨ ਲੱਗੀ ਆ, ਉਹਦੇ ਉੱਤੇ ਹੈਂਡ ਐਮਬਰੋਇਡਰੀ ਆ। ਉਹ ਸਾਡੇ ਜੋ ਵੀ ਕਾਰੀਗਰਾਂ ਦੀ ਕੁਆਲਿਟੀ ਹੈ ਜਾਂ ਇਹ ਸਾਡੀ ਆਪਣੀ ਡਿਜ਼ਾਈਨਿੰਗ ਆ। ਇਹ ਸਾਰਾ ਹੈਂਡ ਵਰਕ ਆ ਜੋ ਤੁਸੀਂ ਉੱਪਰ ਦੇਖੋਗੇ। ਸਰ ਜਿਹੜੇ ਆਈਟਮਸ ਨੇ ਤੁਸੀਂ ਖੁਦ ਤਿਆਰ ਕਰਵਾਉਂਦੇ ਹੋ, ਇੱਥੇ ਸਾਰੇ ਕਾਰੀਗਰ ਤੁਹਾਡੇ ਇੱਥੇ ਆਪਣੇ ਹੀ ਨੇ? ਹਾਂਜੀ ਬਿਲਕੁਲ, ਕਾਰੀਗਰ ਆਪਣੇ ਆ। ਫਿਰ ਉਹਨਾਂ ਨੂੰ ਡਿਜ਼ਾਈਨਿੰਗ ਅਸੀਂ ਦੱਸਣੀ ਆ ਕਿ ਆਪਾਂ ਡਿਜ਼ਾਈਨਿੰਗ ਕਿੱਦਾਂ ਕਰਨਾ। ਹੁਣ ਆਹ ਚੀਜ਼ ਆ ਜਿਹੜੀ, ਇਹ ਇੱਕ ਕਾਰੀਗਰ ਦੇ 2 ਦਿਨ ਲੱਗੇ ਆ ਇਹਨੂੰ ਬਣਾਉਣ ਦੇ ਲਈ। ਇਕੱਲੀ ਚੀਜ਼ ਹੈਂਡਮੇਡ ਆ। ਫਿਰ ਕਢਾਈਆਂ ਦੀਆਂ ਕੁਆਲਿਟੀਆਂ ਉਹ ਤੁਸੀਂ ਕਿੱਦਾਂ ਮੇਨਟੇਨ ਕਰਦੇ ਆ, ਤੁਹਾਡੀ ਮੇਨਟੇਨ ਕਰਨ ਦੇ ਉੱਤੇ ਹੀ ਤੁਹਾਡੀ ਸ਼ਾਪ ਦੀ ਰੈਪੂਟੇਸ਼ਨ ਆ। ਜੇ ਅਸੀਂ ਚੰਗਾ ਮੇਨਟੇਨ ਕਰਦੇ ਆ, ਸਾਡਾ ਚੰਗਾ ਵਧੀਆ ਅੱਗੇ ਰਿਸਪੌਂਸ ਚੰਗਾ ਆ। ਸਰ ਜੇ ਆਪਾਂ ਕਸਟਮਰਸ ਦੀ ਗੱਲ ਕਰੀਏ ਤਾਂ ਕਸਟਮਰਸ ਦਾ ਰਿਸਪੌਂਸ ਕਿਵੇਂ ਦਾ ਆ ਰਿਹਾ? ਮੈਮ ਅਸੀਂ 2 ਸਾਲ ਵਿੱਚ ਇਹ ਤਾਂ ਐਕਸਪੀਰੀਅੰਸ ਕਰ ਲਿਆ ਕਿ ਚੰਗਾ ਕਰਕੇ ਅਸੀਂ ਵੈਡਿੰਗ ਸੈਕਸ਼ਨ ਵੱਖਰਾ ਕਰਤਾ। ਜਦੋਂ ਥੱਲੇ ਸੀ ਅਸੀਂ ਉਦੋਂ ਵੀ ਕਰਦੇ ਸੀ ਵੈਡਿੰਗ ਦਾ। ਇਹ ਸੀ ਕਿ ਜਦੋਂ ਇੱਕ ਮੈਰਿਜ ਦੇ ਲਈ ਸ਼ਾਪਿੰਗ ਕਰਨ ਆਉਂਦੇ ਮੈਨਸ, ਉੱਥੇ ਇੱਕ ਜਣਾ ਲੈਣ ਵਾਲਾ ਹੁੰਦਾ, ਨਾਲ ਉਹਦੇ ਫੈਮਿਲੀ ਮੈਂਬਰ ਉਹ 7-8 ਹੁੰਦੇ ਆ, ਤੇ ਉਹਨਾਂ ਨੂੰ ਪ੍ਰੋਪਰ ਇੱਕ ਤਾਂ ਪ੍ਰਾਈਵੇਸੀ ਚਾਹੀਦੀ ਆ, ਫਿਰ ਉਹਨਾਂ ਨੂੰ ਜਗ੍ਹਾ ਚਾਹੀਦੀ ਹੈ ਖੁੱਲੀ, ਵੈਰਾਈਟੀ ਜ਼ਿਆਦਾ ਚਾਹੀਦੀ ਆ। ਇਹ ਪੂਰਾ ਸੈਕਸ਼ਨ ਹੀ ਵੈਡਿੰਗ ਦਾ ਆ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਵੈਰਾਈਟੀ ਮਿਲਦੀ ਆ, ਬਹਿੰਦੇ ਆ, ਕੰਫਰਟੇਬਲ ਹੁੰਦੇ ਆ, 1-2 ਘੰਟੇ ਆਪਣਾ ਤਸੱਲੀ ਨਾਲ ਆਪਣਾ ਜਿਹੜਾ ਉਹ ਚੂਜ਼ ਕਰਕੇ ਉਹ ਲੈ ਕੇ ਜਾਂਦੇ ਆ। ਸਰ ਕਿਸ ਤਰ੍ਹਾਂ ਦੀਆਂ ਫੈਸਿਲਿਟੀਆਂ ਤੁਸੀਂ ਕਸਟਮਰਸ ਨੂੰ ਅਵੇਲੇਬਲ ਕਰਵਾ ਰਹੇ ਹੋ ਇੱਥੇ? ਮੇਨ ਭਾਜੀ ਦਾ ਹੁੰਦਾ ਆ ਕਿ ਆਪਾਂ ਇੱਕ ਜਗ੍ਹਾ ਸਾਰੀਆਂ ਦੇਣੀਆਂ, ਜੋ ਵੀ ਹੋਵੇ ਉਹਨਾਂ ਨੇ ਇੱਥੇ ਆਉਣਾ, ਈਚ ਐਂਡ ਐਵਰੀਥਿੰਗ ਇੱਥੋਂ ਹੀ ਮਿਲ ਜੇ। ਉਹਨਾਂ ਦੇ ਇੱਥੇ ਹੀ ਸਟੱਫ ਚੂਜ਼ ਹੋ ਜਾਣਾ, ਇੱਥੇ ਸਾਈਜ਼ ਲੈ ਲੈਣਾ, ਇੱਥੇ ਉਹਨਾਂ ਨੂੰ ਡਿਲੀਵਰੀ ਕਰਾਉਣੀ ਆ, ਇੱਥੇ ਚੂਜ਼ ਕਰਾਉਣੀ ਆ, ਇੱਥੇ ਪਿਕਚਰਸ ਦੇਖਣੀਆਂ ਆ। ਇਸ ਸਟੈਪ ਤੋਂ ਬਿਨਾਂ ਹੋਰ ਕਿਤੇ ਨਹੀਂ ਜਾਣਗੇ ਕਿ ਪੂਰਾ ਜੋ ਦੁੱਲਾ ਤਿਆਰ ਹੋਣਾ ਉਹ ਇੱਥੇ ਹੀ ਹੋ ਜਾਣਾ। ਤੇ ਇਸ ਕਰਕੇ ਦੁੱਲੇ ਦਾ ਸੈਕਸ਼ਨ ਹੀ ਵੱਖਰਾ ਹੈ। ਆਨਲਾਈਨ ਜੇ ਆਪਾਂ ਗੱਲ ਕਰੀਏ ਤਾਂ ਆਨਲਾਈਨ ਵੀ ਤੁਹਾਡੀਆਂ ਜਿਹੜੇ ਆਈਟਮਸ ਨੇ ਅਵੇਲੇਬਲ ਨੇ, ਜਾਂ ਫਿਰ ਜੇ ਕਿਸੇ ਨੇ ਡਿਲੀਵਰੀ ਕਿਤੇ ਹੋਰ ਕਰਵਾਉਣੀ ਹੋਵੇ ਇਸ ਤਰ੍ਹਾਂ ਦੀ ਵੀ ਕੋਈ ਅਵੇਲੇਬਲ ਕੀਤੀ ਹੋਈ ਹੈ ਫੈਸਿਲਿਟੀ? ਬਿਲਕੁਲ ਮੈਮ, ਆਨਲਾਈਨ ਤੇ ਡਿਪੈਂਡ ਨਹੀਂ ਹੋਵਾਂਗੇ ਤਾਂ ਕੋਈ ਵੀ ਨਹੀਂ ਚੱਲ ਸਕਦਾ। ਅਸੀਂ ਆਪਣੇ ਸੀਜ਼ਨ ਜਿਹੜਾ ਹੁੰਦਾ ਉਹ ਮੇਨ
ਜਿਹੜਾ ਸਰਦੀਆਂ ਦੇ ਸੀਜ਼ਨ 'ਚ ਇੰਡੀਆ 'ਚ ਵਿਆਹ ਹੁੰਦੇ ਆ ਤੇ ਗਰਮੀਆਂ 'ਚ ਅਮਰੀਕਾ ਕੈਨੇਡਾ ਔਰ ਬਾਹਰਲੀਆਂ ਕੰਟਰੀਆਂ 'ਚ। ਇਸ ਸਾਲ ਵੀ ਅਸੀਂ ਐਕਸਪੀਰੀਅੰਸ ਕੀਤਾ ਕਿ ਤੁਸੀਂ ਵੀਡੀਓ ਕਾਲ ਤੇ ਨਾਪ ਲੈ ਲਓ, ਬਾਏ ਕੋਰੀਅਰ ਸਰਵਿਸ ਉਹਨਾਂ ਨੂੰ ਕੱਪੜੇ ਭੇਜ ਦਿਓ, ਜਿਹੜੀ ਚੀਜ਼ ਉਹਨਾਂ ਨੂੰ ਉੱਥੇ $800 ਦੀ ਮਿਲਦੀ ਆ ਅਸੀਂ 200 ਦੀ ਦੇ ਦਿੰਦੇ ਆ। ਉਹ ਇਸ ਗੱਲ ਤੋਂ ਵੀ ਖੁਸ਼ ਆ। ਫਿਰ ਸੈਕੰਡ, ਜੇ ਕੁਝ ਫੋਰਨਰ ਦੇ ਤੁਸੀਂ ਉਹਨਾਂ ਨੂੰ ਕਸਟਮ ਮੇਡ ਦਓਗੇ, ਉਹਨਾਂ ਦੀ ਪਸੰਦੀ ਦੇ ਬਟਨ ਦਓਗੇ, ਉਹ ਇਸ ਗੱਲ ਤੋਂ ਬਹੁਤ ਖੁਸ਼ ਹੁੰਦੇ ਆ ਕਿ ਮੇਰਾ ਸੂਟ ਬਣਿਆ, ਮੇਰੀ ਮਰਜ਼ੀ ਦੇ ਬਟਨ ਲੱਗ ਗਏ, ਮੇਰੀ ਮਰਜ਼ੀ ਦਾ ਸਾਈਜ਼ ਆ, ਮੇਰੀ ਮਰਜ਼ੀ ਦਾ ਡਿਜ਼ਾਈਨ ਆ, ਹੋਰ ਕੀ ਚਾਹੀਦਾ। ਉੱਥੇ ਉਹਨਾਂ ਨੂੰ ਰੈਡੀਮੇਡ ਲੈਣਾ ਪੈਂਦਾ। ਸਰ ਜੇ ਆਪਾਂ ਸਿਮਰ ਕਿੰਗ ਦੀ ਗੱਲ ਕਰੀਏ ਤਾਂ ਸਿਮਰ ਕਿੰਗ ਟੇਲਰ ਮੇਡ ਇਸ ਦਾ ਨਾਮ ਰੱਖਿਆ ਹੋਇਆ। ਸਿਮਰ ਤਾਂ ਆਪਾਂ ਮੰਨ ਲਿਆ ਕਿ ਭਾਜੀ ਦਾ ਨਾਮ ਹੈ ਸਿਮਰ ਮਾਨ, ਤੇ ਟੇਲਰ ਮੇਡ ਕਿਉਂ ਰੱਖਿਆ ਹੋਇਆ ਨਾਲ? ਐਕਚੁਅਲੀ ਸਾਡੇ ਜਿਹੜਾ ਉਹ ਸ਼ੋ, ਉਹ ਸਾਡਾ ਵੱਖਰਾ ਸ਼ੋਰੂਮ ਆ, ਜੇ ਮੌਕਾ ਮਿਲਿਆ ਆਪਾਂ ਉਹ ਵੀ ਤੁਹਾਨੂੰ ਦਿਖਾਵਾਂਗੇ। ਉਹਨੂੰ ਵਸੀਮ ਭਾਜੀ ਦੇਖ ਰਹੇ ਆ ਕਿ ਉਹ ਟੇਲਰਿੰਗ ਦਾ ਸਾਰਾ ਦੇਖ ਰਹੇ ਆ, ਭਾਜੀ ਡਿਜ਼ਾਈਨਿੰਗ ਤੇ ਸਾਈਜ਼ ਦਾ ਉਹ ਇਹ ਦੇਖ ਰਹੇ ਆ। ਅਸੀਂ ਇੱਥੇ ਜੋ ਡਿਜ਼ਾਈਨਿੰਗ ਕਰਨੀ ਅਸੀਂ ਕਰ ਰਹੇ ਆ। ਟੇਲਰ ਮੇਡ ਦਾ ਐਕਚੁਅਲ ਮੀਨਿੰਗ ਹੁੰਦਾ ਆ ਕਿ ਉਹ ਤੁਹਾਡੀ ਮਰਜ਼ੀ ਦਾ ਕਸਟਮ ਮੇਡ ਆ। ਇੱਕ ਰੈਡੀਮੇਡ ਆ, ਇੱਕ ਟੇਲਰ ਮੇਡ ਆ, ਦੋ ਵੱਖਰੀਆਂ ਚੀਜ਼ਾਂ। ਰੈਡੀਮੇਡ ਤੁਸੀਂ ਕਿਸੇ ਸਟੋਰ ਤੇ ਜਾਂਦੇ ਆ, ਇੱਕ ਚੀਜ਼ ਬਣੀ ਪਈ ਆ, ਤੁਸੀਂ ਚੱਕ ਕੇ ਦੇਖਣੀ ਆ, ਤੁਹਾਡੇ ਸਾਈਜ਼ ਦੀ ਆ, ਤੁਸੀਂ ਲੈ ਲੈਣੀ ਆ, ਨਹੀਂ ਲੈਣੀ ਨਹੀਂ ਤੁਹਾਡੇ ਸਾਈਜ਼ ਦੀ ਜਾਂ ਨਹੀਂ ਪਸੰਦ ਉਹ ਰੱਖਿਆ ਹੋਣੀ ਆ। ਟੇਲਰ ਮੇਡ ਤੁਸੀਂ ਸਟੱਫ ਚੂਜ਼ ਕਰਨਾ, ਉਹਦੇ ਬਟਨ ਚੂਜ਼ ਕਰਨੇ, ਸਾਈਜ਼ ਦੇਣਾ, ਫਿਰ ਉਹ ਦੱਸਣਾ ਕਿ ਤੁਹਾਨੂੰ ਲੂਜ਼ ਫਿਟ ਚਾਹੀਦਾ, ਕੰਫਰਟ ਫਿਟ ਚਾਹੀਦਾ ਜਾਂ ਫਿਟ ਚਾਹੀਦਾ, ਇਹ ਚੀਜ਼ਾਂ। ਫਿਰ ਉਸ ਤੋਂ ਬਾਅਦ ਇਹਦਾ ਪ੍ਰੋਪਰ ਨੇਮ ਟੇਲਰ ਮੇਡ ਆ। ਟੇਲਰ ਮੇਡ ਇਸ ਕਰਕੇ ਰੱਖਿਆ ਸੀ ਵੀ ਇੱਕ ਵੱਡਾ, ਥੋੜਾ ਵੱਡਾ ਮੀਨਿੰਗ ਹੈ ਇਹਦਾ। ਸੌਰੀ, ਮੈਂ ਤੁਹਾਨੂੰ ਆ ਵੀ ਦਿਖਾਦਾ ਪਿੱਛੇ। ਇਹ ਸਾਰੇ ਸਾਡੇ ਸਟੱਫ ਜਿੰਨੇ ਵੀ ਆ, ਇਹ ਸਾਰੇ ਹੀ ਸ਼ੇਰਵਾਨੀ ਦੇ ਆ। ਇਹ ਵਾਲੇ ਜੋ ਮੇਰੇ ਪਿੱਛੇ ਆ, ਇਹ ਵੈਰਾਈਟੀ, ਉਧਰ ਵੈਰਾਈਟੀ, ਪਿੱਛੇ ਟਾਈ ਸੈਕਸ਼ਨ ਆ, ਫਿਰ ਇਹ ਇੰਡੋ ਵੈਸਟਰਨ ਤੇ ਸ਼ੇਰਵਾਨੀ ਆ। ਇਸ ਤੋਂ ਬਾਅਦ ਮੈਂ ਤੁਹਾਨੂੰ ਸੂਟਸ ਦਾ ਕੁਝ ਦਿਖਾ ਦਿੰਦਾ। ਇਹ ਸਾਰੇ ਇਟਾਲੀਅਨ ਸੂਟਸ ਆ ਜੋ ਵੈਡਿੰਗ ਉੱਤੇ ਜਾਂ ਜੋ ਕੁਆਲਿਟੀ ਵਾਈਜ਼ ਬਹੁਤ ਬੈਸਟ ਆ। ਮੈਂ ਇੱਕ ਦੋ ਚੀਜ਼ਾਂ ਤੁਹਾਨੂੰ, ਇਹ ਲਾਈਟ ਵੇਟ ਵੂਲ ਆ ਜੋ ਸਾਡੇ ਕੋਲ ਅਵੇਲੇਬਲ ਆ। ਐਕਚੁਅਲੀ ਸਾਨੂੰ ਜਿੱਥੇ ਅਸੀਂ ਕੰਮ ਕਰ ਰਹੇ ਆ, ਜੋ ਸਾਡੀ ਇਹ ਸਟਰੀਟ ਆ, ਜੇ ਇਹਦੇ ਹਿਸਾਬ ਨਾਲ ਚੱਲੀਏ ਤੇ ਸਾਨੂੰ ਹਰੇਕ ਵੈਰਾਈਟੀ ਰੱਖਣੀ ਪੈਂਦੀ ਆ। ਸਾਨੂੰ ਕੁਆਲਿਟੀ ਵੀ ਦੇਣੀ ਪੈਣੀ ਆ, ਸਾਨੂੰ ਟਾਈਮ ਸਿਰ ਵੀ ਦੇਣਾ ਪੈਣਾ, ਸਾਨੂੰ ਰੇਂਜ ਵੀ ਦੇਣੀ ਪੈਣੀ ਆ। ਉਹ ਬਾਟਮ ਟੂ ਅਪ ਸਾਰੀ ਰੇਂਜ ਅਵੇਲੇਬਲ ਕਰਨੀਆਂ ਪੈਣੀਆਂ। ਸਰ ਜਿਵੇਂ ਆਪਾਂ ਗੱਲਬਾਤ ਕਰ ਰਹੇ ਹਾਂ ਤੁਹਾਡੇ ਨਾਲ, ਤੁਸੀਂ ਹਰ ਇੱਕ ਚੀਜ਼ ਦੀ ਜਿਹੜੀ ਹੈ ਬਰੀਕੀ ਸਾਨੂੰ ਦੱਸ ਰਹੇ ਹੋ। ਇਹ ਸਾਰੀਆਂ ਬਰੀਕੀਆਂ ਨੂੰ ਸਿੱਖਣ ਦੇ ਲਈ ਤੁਸੀਂ ਕੋਈ ਕੋਰਸ ਕੀਤਾ ਸੀ, ਕੋਈ ਸਟੱਡੀ ਕੀਤੀ ਸੀ, ਜਾਂ ਫਿਰ ਐਕਸਪੀਰੀਅੰਸ ਦੇ ਨਾਲ ਇਹ ਚੀਜ਼ਾਂ ਆਈਆਂ ਨੇ? ਨਹੀਂ, ਟਾਈਮ ਨਾਲ ਮੇਰੇ ਖਿਆਲ ਨਾਲ ਵਧੀਆ ਸਿੱਖ ਸਕਦਾ। ਭਾਜੀ ਉਹਨਾਂ ਦਾ ਐਕਸਪੀਰੀਅੰਸ ਬਹੁਤ ਆ ਤੇ ਉਹਨਾਂ ਨਾਲ ਰਹਿ ਕੇ ਸਾਡਾ ਐਕਸਪੀਰੀਅੰਸ ਅਜੇ ਥੋੜਾ। ਜੇ ਭਾਜੀ ਨੇ ਗੱਲ ਤੁਹਾਡੇ ਨਾਲ ਕੀਤੀ ਨਹੀਂ, ਜੇ ਭਾਜੀ ਗੱਲ ਕਰਦੇ ਮੇਬੀ ਇਹ ਚੀਜ਼ਾਂ ਉਹ ਮੇਰੇ ਤੋਂ ਜ਼ਿਆਦਾ ਵਧੀਆ ਦੱਸ ਸਕਦੇ, ਕਿਉਂਕਿ ਉਹਨਾਂ ਨੂੰ ਜ਼ਿਆਦਾ ਪਤਾ ਵੀ ਹਰ ਇੱਕ ਗੱਲ ਉਹ ਦੱਸਦੇ ਆ, ਅਸੀਂ ਸਮਝ ਜਾਂਦੇ ਆ। ਉਸ ਤੋਂ ਬਾਅਦ ਹੌਲੀ ਹੌਲੀ ਐਕਸਪੀਰੀਅੰਸ ਬਣੀ ਜਾਂਦਾ, ਹੌਲੀ ਹੌਲੀ ਬਣਦਾ। ਵੀ ਮੇਰਾ ਥੋੜਾ ਘੱਟ ਆ, ਭਾਜੀ ਦਾ 15 ਸਾਲ ਦਾ ਇਸ ਕੰਮ 'ਚ, ਵੀ ਉਹ ਜ਼ਿਆਦਾ ਵਧੀਆ ਕਰਦੇ ਆ। ਸਰ 2 ਸਾਲ ਹੋ ਚੁੱਕੇ ਨੇ ਤੁਹਾਨੂੰ ਆਪਣਾ ਇੱਥੇ ਸਟੂਡੀਓ ਖੋਲਿਆ, ਤੇ ਇਸ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਤਾਂ ਬਹੁਤ ਸਾਰੇ ਡਿਜ਼ਾਈਨਰ ਇਸ ਸਮੇਂ ਮਾਰਕੀਟ ਦੇ ਵਿੱਚ ਨੇ, ਬਹੁਤ ਸਾਰੇ ਡਿਜ਼ਾਈਨਰ ਅਵੇਲੇਬਲ ਨੇ। ਉਹਨਾਂ ਨੂੰ ਕੰਪੀਟ ਕਿਵੇਂ ਕਰ ਰਹੇ ਹੋ ਫਿਰ? ਸਿੰਪਲ ਕਰਦੇ ਆ। ਪਹਿਲੀ ਗੱਲ ਤਾਂ ਪਿੰਡ ਤੋਂ ਆ, ਸਾਰੇ ਜਿੰਨੇ ਸਾਡੇ ਭਰਾ ਆ ਸਾਰੇ ਪਿੰਡ ਤੋਂ ਆ। ਸਾਡੀ ਕਸਟਮਰ ਰੇਂਜ ਜ਼ਿਆਦਾਤਰ ਪਿੰਡ ਤੋਂ ਆ, ਜਾਂ ਤਾਂ NRIs ਆ ਪਿੰਡ ਤੋਂ ਆ, ਬਾਕੀ ਸ਼ਹਿਰ ਦੇ ਕਾਫੀ ਜਾਣੇ ਆ। ਅਸੀਂ ਉਹਨੂੰ ਥੋੜਾ ਜਿਹਾ ਇਦਾਂ ਕਹਿ ਲਓ ਕੰਪਲਿਕੇਟਡ ਨਹੀਂ ਕਰਦੇ ਕਿ ਉਹਨਾਂ ਨੂੰ ਇਹ ਨਹੀਂ ਲੱਗਦਾ ਕਿ ਤੁਸੀਂ ਡਿਜ਼ਾਈਨਰ ਕੋ ਆਏ ਆ। ਉਹਨਾਂ ਨੂੰ ਇਦਾਂ ਲੱਗਦਾ ਕਿ ਆਪਣਿਆਂ ਕੋਈ ਆਏ ਆ ਤੇ ਆਪਣੇ ਮੂਹਰੇ ਬੈਠੇ ਆ। ਉਹ ਈਜ਼ੀ ਦੱਸ ਦਿੰਦੇ ਆ ਸਾਨੂੰ ਆਪਣੀ ਪ੍ਰੋਬਲਮ ਜਾਂ ਆਪਣਾ ਜੋ ਉਹਨਾਂ ਦਾ ਹੁੰਦਾ, ਜੋ ਬਣਵਾਉਣਾ ਹੁੰਦਾ। ਕਈ ਵਾਰ ਪ੍ਰੋਬਲਮ ਇੱਥੇ ਹੋ ਜਾਂਦੀ ਹੈ ਕਿ ਕਸਟਮਰ ਆਪਣੀ ਪੂਰੀ ਗੱਲ ਦੱਸ ਨਹੀਂ ਪਾਉਂਦਾ ਡਿਜ਼ਾਈਨਰ ਨੂੰ, ਉਹ ਤੇ ਥੋਪਿਆ ਹੀ ਜਾਂਦਾ ਕਿ ਤੁਸੀਂ ਲੈਣਾ ਆ, ਤੁਹਾਡਾ ਬਣਾਤਾ ਆ, ਤੁਸੀਂ ਲੈ ਲਓ। ਉੱਦਾਂ ਨਹੀਂ ਹੁੰਦਾ, ਪੂਰੀ ਗੱਲ ਸੁਣੀ ਜਾਂਦੀ ਆ, ਉਹਨਾਂ ਦੇ ਜੋ ਰਿਕੁਆਇਰਮੈਂਟ ਆ ਉਹ ਪੁੱਛੀਆਂ ਜਾਂਦੀਆਂ। ਉਸ ਤੋਂ ਬਾਅਦ ਉਹਨਾਂ ਨੂੰ ਉਹਨਾਂ ਦਾ ਡਿਜ਼ਾਈਨ ਦਿੱਤਾ ਜਾਂਦਾ। ਫਿਰ ਉਹਨਾਂ ਲਈ ਬਹੁਤ ਈਜ਼ੀ ਹੁੰਦਾ। ਮੇਰੇ ਖਿਆਲ ਨਾਲ ਬੇਸਿਕ ਚੀਜ਼ ਹੀ ਉਹ ਤੁਹਾਡੇ ਫੇਮਸ ਹੋਣ ਦਾ ਕਾਰਨ ਆ, ਬਹੁਤ ਬੇਸਿਕ ਆ। ਸਰ ਜੇ ਕਸਟਮਰਸ ਦੀ ਗੱਲ ਕਰੀਏ ਤਾਂ ਇਸ ਆਊਟਲੈਟ ਦੇ ਨਾਲ ਕਸਟਮਰਸ ਕਿੱਥੋਂ ਜੁੜੇ ਹੋਏ ਨੇ, ਕਿੱਥੋਂ ਲੋਕ ਆਉਂਦੇ ਨੇ? ਐਕਚੁਅਲੀ ਮੈਮ ਆ ਵਧੀਆ ਸਵਾਲ ਆ, ਮੈਨੂੰ ਪਸੰਦ ਆਏ। ਐਕਚੁਅਲੀ ਜੇ ਆਪਾਂ ਦੁਆਬਾ ਬੈਲਟ ਦੀ ਗੱਲ ਕਰੀਏ ਤੇ ਦੁਆਬੇ 'ਚ ਤੁਸੀਂ ਜ਼ਿਲ੍ਹੇ ਗਿਣ ਲਓ, ਤੁਹਾਨੂੰ ਜਲੰਧਰ ਹੀ ਲੱਗਣਾ। ਜਲੰਧਰ ਹੀ ਸਾਰੇ ਕਾਲਜ ਆ, ਜਲੰਧਰ ਯੂਨੀਵਰਸਿਟੀਆਂ ਆ। ਜਲੰਧਰ ਮੇਨ ਸਟੈਪ ਆ ਸਿਨੇਮਾਸ ਦਾ। ਤੁਸੀਂ ਕਪੂਰਥਲਾ ਦੇਖ ਲਓ, ਹਜੇ ਤੱਕ ਸਿਨੇਮਾ ਨਹੀਂ ਹੈਗਾ। ਹੁਸ਼ਿਆਰਪੁਰ ਦੇਖ ਲਓ, ਮੈਨੂੰ ਨਹੀਂ ਲੱਗਦਾ। ਮੁਕੇਰੀਆਂ, ਦਸੂਆ, ਇੱਧਰੋਂ ਫਲੋਰ ਤੱਕ ਦੁਆਬਾ ਬੈਲਟ ਆ। ਪੂਰੀ ਬੈਲਟ ਨੂੰ ਜੇ ਉਹਨੇ ਸ਼ਾਪਿੰਗ ਕਰਨੀ ਆ, ਉਹਨੂੰ ਜਲੰਧਰ ਆ। ਜਲੰਧਰ ਤੋਂ ਇਲਾਵਾ ਕੋਈ ਸ਼ਹਿਰ ਹੀ ਨਹੀਂ ਦਿਸਦਾ। ਫਿਰ ਇੱਥੇ ਜਦੋਂ ਤੁਹਾਡੇ ਕੋਲ ਜਗ੍ਹਾ ਇੱਕ ਆ, ਗਰਾਊਂਡ ਇੱਕ ਆ, ਫਿਰ ਉੱਥੇ ਡਿਮਾਂਡ ਵੱਧ ਹੁੰਦੀ ਆ। ਵੀ ਜੇ ਮੈਂ ਦੁਆਬਾ ਹੀ ਕਹਿ ਦਿੱਤਾ, ਕਿਉਂਕਿ ਦੁਆਬਾ ਦਰਿਆ ਤੋਂ ਦਰਿਆ ਜਿੰਨੇ ਵੀ ਏਰੀਆ ਉਹ ਸਾਡਾ ਸਾਰਾ ਕਸਟਮਰ ਆ। ਵੀ ਐਸਾ ਕੋਈ ਏਰੀਆ ਨਹੀਂ ਦੁਆਬੇ ਦਾ ਜਿਹੜਾ ਨਹੀਂ ਆਉਂਦਾ। ਫਿਰ ਇਹ ਤੋਂ ਬਾਹਰੋਂ ਬਹੁਤ ਆਉਂਦੇ ਆ। ਪਰਸੋਂ ਕੁਛ ਊਨੇ ਤੋਂ ਆਏ ਸੀਗੇ, ਕੁਛ ਲੋਕ ਲੁਧਿਆਣੇ ਤੋਂ ਆ ਰਹੇ ਆ, ਕੁਛ ਅੰਮ੍ਰਿਤਸਰ ਤੋਂ ਆ ਰਹੇ ਆ, ਤੇ ਬਟਾਲਾ, ਖਾਸ ਕਰ ਬਟਾਲਾ ਮਾਝੇ ਦਾ ਸ਼ਹਿਰ ਆ। ਔਰ ਸਾਰੇ ਬਟਾਲੇ ਤੋਂ ਸਾਡੇ ਕੋਲ ਇੰਨੇ ਕਸਟਮਰ ਆ, ਅਸੀਂ ਹੈਰਾਨ ਹੁੰਦੇ ਆ ਕਿ ਉਹ ਇੱਥੇ ਆਉਂਦੇ ਆ, ਕਿ ਉਹ ਅੰਮ੍ਰਿਤਸਰ ਨਹੀਂ ਜਾਂਦੇ, ਉਹ ਗੁਰਦਾਸਪੁਰ ਨਹੀਂ ਜਾਂਦੇ। ਇਸ ਕਰਕੇ ਜਿੰਨਾ ਦੁਆਬਾ ਆ, ਸਾਰੇ ਕਸਟਮਰ ਸਾਡੇ ਕੋਲ ਆ। ਸਰ ਇੱਕ ਸਵਾਲ ਮੈਂ ਇੱਕ ਹੋਰ ਕਰਨਾ ਚਾਹੁੰਦੀ ਹਾਂ ਕਿ ਇੱਕ ਛੋਟੇ ਜਿਹੇ ਪਿੰਡ ਤੋਂ ਸ਼ੁਰੂਆਤ ਕੀਤੀ ਹੈ ਤੇ ਹੁਣ ਤੁਸੀਂ ਇੱਕ ਸਟੂਡੀਓ ਮਾਡਲ ਟਾਊਨ ਦੇ ਵਿੱਚ ਸਟੂਡੀਓ ਖੋਲ੍ਹਿਆ ਹੋਇਆ। ਇਸ ਮੁਕਾਮ ਨੂੰ ਜੇ ਡਿਸਕ੍ਰਾਈਬ ਕਰਨਾ ਹੋਵੇ, ਇਸ ਜਰਨੀ ਬਾਰੇ ਸਾਡੇ ਨਾਲ ਵੀ ਥੋੜੀ ਸਫ਼ਰ ਬਾਰੇ ਜਿਹੜੀ ਇਹ ਜਾਣਕਾਰੀ ਸਾਂਝੀ ਕਰੋ।
ਸਫ਼ਰ 'ਚ ਜਦੋਂ ਜਾਂਦੇ ਆ, ਜਦੋਂ ਭਾਜੀ ਦੱਸਦੇ ਹੁੰਦੇ ਆ ਕਿ ਜਦੋਂ ਸਫ਼ਰ ਚੱਲਦਾ ਹੈ ਉਦੋਂ ਨਹੀਂ ਪਤਾ ਲੱਗਦਾ, ਸ਼ਾਇਦ ਪਹੁੰਚ ਗਏ ਆ ਇਹ ਵੀ ਨਹੀਂ ਪਤਾ ਲੱਗਦਾ ਹੁੰਦਾ। ਤੇ ਸਾਨੂੰ ਤਾਂ ਅਜੇ ਵੀ ਇਦਾਂ ਲੱਗਦਾ ਕਿ ਵੀ ਜਦੋਂ ਜਦੋਂ ਅਸੀਂ ਇਕੱਠੇ ਜਾਂਦੇ ਆ, ਗੱਲ ਇਹ ਹੁੰਦੀ ਆ ਯਾਰ ਅੱਜ ਆਹ ਕਰ ਲਿਆ, ਹੁਣ ਕੱਲ ਨੂੰ ਆਪਾਂ ਆਹ ਕਰਾਂਗੇ। ਫਿਰ ਸਫ਼ਰ ਜਦ ਪਹੁੰਚ ਹੋਈ ਨਹੀਂ, ਹਜੇ ਪਹੁੰਚਾਂਗੇ ਪਰ ਹਜੇ ਚੱਲ ਰਹੇ ਆ ਕਿ ਸਫ਼ਰ ਨਹੀਂ ਹੈਗਾ, ਅਸੀਂ ਸਫ਼ਰਾਂ ਤੇ ਹੀ ਆ, ਵੀ ਸਫ਼ਰ ਚੱਲੀ ਜਾਣੇ ਆ ਕਿ ਜਿੰਨਾ ਟਾਈਮ ਕੰਮ ਕਰੀ ਜਾਓਗੇ, ਵਧੀਆ ਕੰਮ ਕਰੀ ਜਾਓਗੇ, ਉਨੇ ਹੀ ਉੱਤੇ ਤੁਰੇ ਜਾਓਗੇ। ਸਰ ਅਖੀਰ ਤੇ ਮੈਂ ਚਾਹੁੰਦੀ ਹਾਂ ਕਿ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਕਿ ਤੁਹਾਡਾ ਸਟੂਡੀਓ ਕਿੱਥੇ ਹੈ, ਕੀ ਫੈਸਿਲਿਟੀਆਂ ਨੇ, ਪਾਰਕਿੰਗ ਅਵੇਲੇਬਲ ਹੈ ਕਿ ਨਹੀਂ, ਹਰ ਇੱਕ ਚੀਜ਼ ਸਾਡੇ ਦਰਸ਼ਕਾਂ ਨੂੰ ਦੱਸ ਦਿਓ। ਸਟੂਡੀਓ ਜਿਹੜਾ ਇਹ ਵਾਲਾ ਸਾਡਾ ਹੁਣ ਇਹ ਮਾਡਲ ਟਾਊਨ ਮੇਨ ਸਿੰਘ ਸਭਾ ਗੁਰਦੁਆਰਾ ਸਾਡੇ ਬਿਲਕੁਲ ਆਪੋਜ਼ਿਟ ਆ, ਸਾਹਮਣੇ ਪਾਰਕਿੰਗ ਆ, ਕਿਉਂਕਿ ਹਰ ਬੰਦਾ ਕਾਰ ਤੇ ਆਉਂਦਾ, ਹਰ ਬੰਦਾ ਆਪਣੇ ਵਹੀਕਲ ਤੇ ਆਉਂਦਾ, ਪਾਰਕਿੰਗ ਦੀ ਕੋਈ ਪ੍ਰੋਬਲਮ ਨਹੀਂ ਹੈਗੀ। ਤੇ ਜੋਤੀ ਚੌਕ ਵਾਂਗੂ ਕੋਈ ਤੁਹਾਡੀ ਗੱਡੀ ਨਹੀਂ ਚੱਕਣ ਲੱਗਾ ਜੇ ਕਿਤੇ ਖੜੀ ਆ, ਇਹ ਤੋਂ ਵਰੀ ਨਹੀਂ ਕਰਨੀ। ਬਾਕੀ ਈਜ਼ੀ ਆ ਗੁਰਦੁਆਰਾ ਸਾਹਿਬ ਦੀ ਲੋਕੇਸ਼ਨ, ਇਹ ਸਾਡੀ ਵੀ ਮਤਲਬ ਸਾਡੇ ਤੇ ਕਿਰਪਾ ਹੀ ਆ ਕਿ ਸਾਨੂੰ ਇੰਨੀ ਸੋਹਣੀ ਲੋਕੇਸ਼ਨ ਮਿਲੀ ਹੈ ਕਿ ਸਾਡੇ ਸਾਹਮਣੇ ਗੁਰਦੁਆਰਾ ਸਾਹਿਬ ਆ ਮਾਲ ਟਾਊਨ ਦਾ। ਅਸੀਂ ਤੁਹਾਨੂੰ ਵੈਡਿੰਗ ਸੈਕਸ਼ਨ ਦਿਖਾ ਚੁੱਕੇ ਹਾਂ ਤੇ ਹੁਣ ਅਸੀਂ ਸਟੂਡੀਓ ਦੇ ਵਿੱਚ ਮੌਜੂਦ ਹਾਂ, ਜਿੱਥੇ ਕਿ ਕਾਫੀ ਸਾਰੀ ਵੈਰਾਈਟੀ ਜਿਹੜੀ ਹੈ ਅਵੇਲੇਬਲ ਹੈ। ਕੁੜਤੇ ਪਜਾਮੇ ਨੂੰ ਲੈ ਕੇ ਵੈਰਾਈਟੀ ਅਵੇਲੇਬਲ ਹੈ, ਸ਼ਰਟ ਪੈਂਟ ਦੀ ਵੈਰਾਈਟੀ ਅਵੇਲੇਬਲ ਹੈ। ਇਸ ਬਾਰੇ ਵੀ ਅਸੀਂ ਗੱਲਬਾਤ ਜ਼ਰੂਰ ਕਰਾਂਗੇ। ਸਰ ਆਪਾਂ ਜੇ ਇਸ ਸਟੂਡੀਓ ਦੀ ਗੱਲ ਕਰੀਏ, ਸਿਮਰ ਕਿੰਗ ਸਟੂਡੀਓ ਦੀ, ਤਾਂ ਇਸ ਸਟੂਡੀਓ ਦੇ ਵਿੱਚ ਕੀ ਅਵੇਲੇਬਲ ਹੈ ਇੱਥੇ ਮੈਮ ਅਸੀਂ 2 ਸਾਲ ਪਹਿਲਾਂ ਇਹਦੀ ਓਪਨਿੰਗ ਕੀਤੀ ਸੀ ਕਰੋਨਾ ਟਾਈਮ ਤੋਂ ਬਾਅਦ। ਤਾਂ ਇੱਥੇ ਮੇਨ ਜਿਹੜਾ ਉੱਪਰ ਸੈਕਸ਼ਨ ਉਹ ਸੈਪਰੇਟ ਕੀਤਾ, ਉਹ ਵੀ ਇੱਥੇ ਸੀਗਾ। ਹੁਣ ਇਸ ਟਾਈਮ ਇੱਥੇ ਕੁੜਤਾ ਪਜਾਮਾ, ਪੈਂਟ ਸ਼ਰਟ ਤੇ ਜੈਕਟਸ ਆ, ਫਿਰ ਇੰਡੋ ਵੈਸਟਰਨ ਦੇ ਕੋਈ ਸਟਾਫ ਇੱਥੇ ਆ, ਵੂਲਨ ਜਿੰਨਾ ਵੀ ਆ ਜਿਹੜਾ ਸਰਦੀਆਂ ਦਾ ਵਿੰਟਰ ਦਾ ਮੇਨ ਹੁੰਦਾ ਆ ਵੂਲ, ਉਹ ਸਾਰਾ ਇੱਥੇ ਆ। ਫਿਰ ਜਿਹੜੀ ਸੂਟਸ ਦੀ ਰੇਂਜ ਆ ਨਾਰਮਲ ਜੋ ਸਟਾਰਟਿੰਗ ਰੇਂਜ ਵੀ ਆ, ਤੇ ਕੁਝ ਚੈੱਕ ਸੂਟਸ ਆ, ਉਹ ਸਾਰਾ ਕੁਝ ਇੱਥੇ ਹੀ ਆ। ਉੱਪਰ ਸਰ ਵੈਡਿੰਗ ਸੈਕਸ਼ਨ ਹੋਇਆ, ਬਾਕੀ ਜਿਹੜੇ ਕੰਪਲੀਟ ਆ ਪੂਰਾ ਜੋ ਮੈਂਸ ਵੇਅਰ ਦਾ ਉਹ ਇੱਥੇ ਰਹੇਗਾ। ਸਰ ਕਿਵੇਂ ਸੋਚਿਆ ਸੀਗਾ, ਜਿਵੇਂ ਸਿਮਰ ਭਾਜੀ ਦੀ ਹੀ ਗੱਲ ਕਰੀਏ ਤਾਂ ਉਹ ਪਹਿਲਾਂ ਇੱਕ ਪਿੰਡ ਦੇ ਵਿੱਚ ਜਿਹੜਾ ਉਹਨਾਂ ਨੇ ਆਪਣੇ ਬਚਪਨ ਉਹਨਾਂ ਦਾ ਬੀਤਿਆ, ਉਸ ਤੋਂ ਬਾਅਦ ਉਹਨਾਂ ਨੇ ਇੱਕ ਸ਼ਾਪ ਤੇ ਕੰਮ ਕੀਤਾ ਸੀ, ਕੱਪੜਿਆਂ ਦੀ ਸ਼ਾਪ ਦੇ ਉੱਪਰ 10 ਸਾਲ ਕੰਮ ਕੀਤਾ। ਫਿਰ ਕਿਵੇਂ ਸੋਚਿਆ ਉਹਨਾਂ ਨੇ, ਉਸ ਦੌਰਾਨ ਹੀ ਸੋਚਿਆ ਸੀ ਜਾਂ ਉਸ ਤੋਂ ਬਾਅਦ ਕੋਈ ਇਸ ਤਰ੍ਹਾਂ ਦਾ ਆਈਡੀਆ ਸੀਗਾ ਕਿ ਇਸ ਤਰ੍ਹਾਂ ਦਾ ਮੈਂ ਸਟੂਡੀਓ ਓਪਨ ਕਰਨਾ ਚਾਹੁੰਦਾ ਵਾਂ? ਐਕਚੁਅਲੀ ਹਰ ਬੰਦਾ ਸੋਚਦਾ ਆ ਕਿ ਕੁਝ ਆਪਣਾ ਹੋਵੇ। ਜੋ ਤੁਸੀਂ ਜੌਬ ਕਰਦੇ ਆ, ਤੁਸੀਂ ਚਲੋ ਚੰਗੇ ਲਈ ਕਰਦੇ ਆ ਜੌਬ ਵੀ, ਤੇ ਉੱਥੇ ਵਧੀਆ ਵੀ ਚੱਲਦਾ ਹੁੰਦਾ, ਪਰ ਕਿਤੇ ਨਾ ਕਿਤੇ ਜਾ ਕੇ ਹਰ ਬੰਦੇ ਨੂੰ ਸੁਪਨਾ ਹੁੰਦਾ ਕਿ ਮੈਂ ਕਿਸੇ ਦੇ ਕੰਮ ਕਰਦਾ ਪਰ ਇੱਕ ਦਿਨ ਮੇਰਾ ਹੋਊਗਾ। ਫਿਰ ਉਸ ਤੋਂ ਬਾਅਦ ਜਦੋਂ ਕਰੋਨਾ ਟਾਈਮ ਦੇ ਵਿੱਚ ਜਦੋਂ ਲੋਕਡਾਊਨ ਸੀਗਾ, ਅਸੀਂ ਕਾਫੀ ਟਾਈਮ ਗੱਲ ਕਰਦੇ ਸੀ ਵੀ ਯਾਰ ਆਪਣਾ ਕੁਛ ਇਦਾਂ ਦਾ ਹੋਵੇ ਜਾਂ ਆਪਣਾ ਹੋਵੇ ਜਿਹਦੇ 'ਚ ਆਪਣੀ ਮਰਜ਼ੀ ਹੋਵੇ, ਜਾਂ ਅਸੀਂ ਜਦੋਂ ਆਪਣਾ ਹੁੰਦਾ ਉਦੋਂ ਤੁਸੀਂ ਜ਼ਿਆਦਾ ਵਧੀਆ ਕਰ ਸਕਦੇ ਹੋ। ਕਈ ਵਾਰ ਕਿਤੇ ਇੰਨਾ ਤੁਸੀਂ ਆਪਣਾ 100% ਨਹੀਂ ਦੇ ਸਕਦੇ, ਜੇ ਦੇ ਵੀ ਸਕਦੇ ਹੋ ਤਾਂ ਕਿਤੇ ਨਾ ਕਿਤੇ ਕੰਟਰੋਲ ਜਿਹੇ 'ਚ ਹੁੰਦਾ ਬੰਦਾ ਕਿ ਇੰਨਾ ਕਰ ਸਕਦੇ ਜਾਂ ਇੰਨਾ ਹੋਵੇ। ਉਦੋਂ ਸੋਚਿਆ ਸੀ, ਉਸ ਤੋਂ ਬਾਅਦ ਹੌਲੀ ਪਹਿਲਾਂ ਇਹ ਹੋ ਗਿਆ, ਬਣ ਗਿਆ, ਸੋਹਣਾ ਰਿਸਪੌਂਸ ਮਿਲਿਆ, ਹੁਣ ਅੱਗੇ ਹੋ ਗਿਆ, ਇੱਥੋਂ ਸ਼ੁਰੂ ਕੀਤਾ ਮੇਨ। ਸਰ ਜੇ ਆਪਾਂ ਕੁੜਤੇ ਪਜਾਮੇ ਦੀ ਗੱਲ ਕਰੀਏ ਜਾਂ ਫਿਰ ਪੈਂਟ ਸ਼ਰਟ ਦੀ ਗੱਲ ਕਰੀਏ ਤਾਂ ਵੈਰਾਈਟੀ ਕਿਹੜੀ ਅਵੇਲੇਬਲ ਹੈ ਤੇ ਕੀ ਨਵੀਆਂ ਚੀਜ਼ਾਂ ਜਿਹੜੀਆਂ ਨੇ ਇਸ ਸੀਜ਼ਨ ਦੇ ਵਿੱਚ ਆਈਆਂ ਨੇ? ਕੁੜਤੇ ਪਜਾਮੇ 'ਚ ਸਪੈਸ਼ਲੀ ਇਹ ਹੁੰਦਾ ਹੈ ਕਿ ਕੁੜਤੇ ਪਜਾਮੇ 'ਚ ਹਾਂ ਤੁਸੀਂ ਇਹ ਗੱਲ ਵਧੀਆ ਕਿ ਨਵਾਂ ਕੀ ਆ, ਕੁੜਤਾ ਪਜਾਮਾ ਤਾਂ ਕੁੜਤਾ ਪਜਾਮਾ ਹੀ ਆ। ਐਕਚੁਅਲੀ ਪਹਿਲਾਂ ਕੁੜਤਾ ਪਜਾਮੇ ਦਾ ਮਤਲਬ ਹੁੰਦਾ ਸੀ, ਜੋ ਆਪਾਂ ਪਿੰਡਾਂ 'ਚੋਂ ਦੇਖਦੇ ਹਾਂ ਕਿ ਇਹ ਕੁਝ ਲੋਕ ਇਹਨੂੰ ਨਾਈਟ ਡਰੈਸ ਕਹਿੰਦੇ ਆ, ਨਾਈਟ ਸੂਟ ਵੀ ਕਹਿ ਦਿੰਦੇ ਆ, ਸਾਡੇ ਕੋਲ ਵੀ ਆ ਕੇ ਕਹਿ ਦਿੰਦੇ ਆ, ਪਰ ਇਹ ਨਹੀਂ ਹੈਗੀ। ਸਾਡਾ ਮੇਨ ਟ੍ਰੈਡੀਸ਼ਨਲ ਸਾਡੀ ਇੱਕ ਡਰੈਸ ਆ ਕੁੜਤਾ ਪਜਾਮਾ। ਹੁਣ ਉਹਨੂੰ ਮੋਡੀਫਾਈ ਕਿੱਦਾਂ ਕਰ ਸਕਦੇ ਕਿ ਉਹਨੂੰ ਯੰਗਸਟਰ ਵੀ ਪਾਉਣ, ਉਹਨੂੰ ਤੁਸੀਂ ਫੰਕਸ਼ਨ ਤੇ ਵੀ ਪਾਓ। ਇੱਕ ਸਿਰਫ ਉਹ ਇੱਕ ਚੀਜ਼ ਨਾ ਬਣ ਜੇ ਕਿ ਇਹ ਘਰੇ ਪਾਉਣ ਵਾਲੀ ਚੀਜ਼ ਆ। ਉਹਦੇ ਲਈ ਪਹਿਲੀ ਗੱਲ ਤਾਂ ਜਿਹੜਾ ਪਜਾਮਾ ਬਣਨਾ, ਉਹ ਪਜਾਮਾ ਨਹੀਂ, ਉਹ ਪੈਂਟ ਆ, ਉਹਦੀ ਪ੍ਰੋਪਰ ਕਰੀਜ਼ ਹੋਏਗੀ। ਹੁਣ ਉਹ ਵੀ ਬੂਟ ਕੱਟ ਦੇ ਵਿੱਚ ਕੁਛ ਇਹ ਹੁੰਦਾ ਕਿ ਬੂਟ ਕੱਟ ਕਰ ਲਓ ਇਹਨੂੰ, ਤੇ ਉਹੋ ਜਿਹਾ ਡਿਜ਼ਾਈਨ ਚੱਲ ਪਿਆ। ਫਿਰ 2 ਪਾਕਟ ਚੱਲਦੀਆਂ ਆ। ਫਿਰ ਸਟੱਫ ਦੇ ਵਿੱਚ ਇਹ ਹੋ ਗਿਆ ਥੋੜਾ ਹਾਰਡ ਕਾਟਨ, ਜਿਹਨੂੰ ਮਾਂਡੀ ਵਾਲੇ ਕੁੜਤੇ ਕਹਿੰਦੇ ਸੀ, ਉਹ ਬਹੁਤ ਟ੍ਰੈਂਡ ਦੇ ਵਿੱਚ ਆ ਗਏ ਆ। ਕਲਰ ਸਾਰੇ ਅਵੇਲੇਬਲ ਆ। ਫਿਰ ਤੁਸੀਂ ਗੀਤਾਂ 'ਚ ਦੇਖੋਗੇ ਕਿ ਹਰ ਗੀਤ ਦੇ ਵਿੱਚ ਗੀਜ਼ਾ ਕਾਟਨ, ਉਹ ਗੀਜ਼ਾ ਕਾਟਨ ਐਕਚੁਅਲ ਵਿੱਚ ਗਲੇਸ ਕਾਟਨ ਦਾ ਹੀ ਮੋਡੀਫਾਈ ਰੂਪ ਆ। ਫਿਰ ਉਹ ਗੀਜ਼ਾ ਕਾਟਨ ਦੇ ਵਿੱਚ ਵੈਰਾਈਟੀ ਇੰਨੀ ਆ ਕਿ ਜਿਹੜੀਆਂ ਟੌਪ ਕਾਟਨ ਦੀਆਂ ਜੋ ਕੰਪਨੀਜ਼ ਆ, ਉਹ ਗੀਜ਼ਾ ਕਾਟਨ ਬਣਾਉਣ ਲੱਗ ਗਈਆਂ ਡਿਮਾਂਡ ਤੇ, ਕਿ ਪੰਜਾਬ 'ਚ ਡਿਮਾਂਡ ਹੈਗੀ ਆ, ਇਹ ਬਣਾਓ। ਉਹ ਜੋ ਬਣਾਉਂਦੇ ਆ ਫਿਰ ਅਸੀਂ ਉਹਨਾਂ ਤੋਂ ਪਰਚੇਜ਼ ਕਰਦੇ ਆ ਤਾਂ ਉਹ ਲੋਕਾਂ ਤੱਕ ਪਹੁੰਚ ਜਾਂਦੀਆਂ। ਸਰ ਇਨ ਵੈਰਾਈਟੀਜ਼ ਦੀ ਆਪਾਂ ਰੇਂਜ ਦੀ ਗੱਲ ਕਰੀਏ ਤਾਂ ਕਿਹੜੀ ਰੇਂਜ ਦੇ ਇੱਥੋਂ ਸਟਾਰਟ ਹੋ ਜਾਂਦੀ ਹੈ? ਰੇਂਜ ਸਾਡੇ ਕੋਲ ਨਾਰਮਲ ਵਿਦ ਸਟਿਚ ਕਿ ਸਟਿਚਿੰਗ ਕਰਕੇ ਕੁੜਤਾ ਪਜਾਮਾ 2200 ਤੋਂ ਵਧੀਆ ਕੁੜਤਾ ਪਜਾਮਾ ਸੀ ਕੇ ਕਿਸੇ ਵੀ ਸਾਈਜ਼ ਦਾ ਉਹ ਬਣ ਜਾਂਦਾ। ਤੇ ਅਪ ਰੇਂਜ ਜਦੋਂ ਤੁਸੀਂ ਅਪ ਰੇਂਜ ਜਾਂਦੇ ਆ, ਫਿਰ ਤੁਸੀਂ ਬੇਸਿਕ ਰੇਂਜ ਰੱਖਦੇ ਆ, ਮਿਡਲ ਰੇਂਜ ਰੱਖਦੇ ਆ, ਫਿਰ ਅਪ ਰੇਂਜ। ਸਾਡੇ ਕੋਲ ਮੇਰਾ ਆਪਣਾ ਐਕਸਪੀਰੀਅੰਸ ਹੈ ਕਿ ਸਾਡੇ ਕੋਲ 10-10 ਹਜ਼ਾਰ ਦਾ ਕੁੜਤਾ ਪਜਾਮਾ ਵੀ ਲੋਕੀ ਲੈ ਕੇ ਗਏ ਆ ਤੇ ਖੁਸ਼ ਹੋ ਕੇ ਲੈ ਕੇ ਗਏ ਆ। ਕਿ ਕੁਝ ਲੋਕ ਸੀ ਉਹਨਾਂ ਨੂੰ ਲਿਲਨ ਚਾਹੀਦੀ ਸੀ ਬਹੁਤ ਟੌਪ ਕੁਆਲਿਟੀ, ਕਿ ਉਹਦੇ 'ਚ ਕੁਛ ਲੀ ਦਾ ਹੁੰਦਾ ਚੱਕਰ ਕਿ ਇੰਨੇ ਲਈ ਉਹ ਚਲੋ ਡਿਟੇਲ ਵਾਲੀ ਗੱਲ ਆ। ਪਰ ਇੱਕ ਕੁੜਤਾ ਪਜਾਮਾ ਵਿਦ ਸਟਿਚ ਸਿੰਗਲ ਕੁੜਤਾ ਪਜਾਮਾ 10,000 ਦਾ ਅਸੀਂ ਵੇਚਿਆ ਇੱਥੇ, ਤੇ ਲੋਕੀ ਲੈ ਕੇ ਖੁਸ਼ ਆ, ਜਿਹਨੂੰ ਪਤਾ ਆ ਕਿ ਕੁਆਲਿਟੀ ਕੀ ਆ, ਇਹਦੇ ਵਿੱਚ ਹੈਗਾ ਕੀ ਆ, ਉਹ ਲੈਂਦੇ ਆ।
ਸਰ ਜਿੱਦਾਂ ਆਪਾਂ ਵੈਡਿੰਗ ਸੈਕਸ਼ਨ ਦੇ ਵਿੱਚ ਗੱਲ ਕਰ ਰਹੇ ਸੀਗੇ ਕਿ ਕਸਟਮਰਸ ਆਪਣੀ ਕਸਟਮਾਈਜ਼ੇਸ਼ਨ ਵੀ ਕਰਵਾਉਂਦੇ ਨੇ ਤੇ ਇਸ ਨਾਲ ਹੀ ਤੁਹਾਡੇ ਵੱਲੋਂ ਵੀ ਬਹੁਤ ਸਾਰੇ ਆਈਡੀਆਜ਼ ਜਿਹੜੇ ਨੇ ਉਹਨਾਂ ਨੂੰ ਦਿੱਤੇ ਜਾਂਦੇ ਨੇ ਜਾਂ ਮੋਡੀਫਾਈ ਕਰ ਦਿੱਤਾ ਜਾਂਦਾ ਉਹਨਾਂ ਦੇ ਆਈਡੀਆਜ਼ ਦੇ ਵਿੱਚ। ਕੁੜਤੇ ਪਜਾਮੇ ਦੇ ਵਿੱਚ ਵੀ ਜਾਂ ਫਿਰ ਪੈਂਟ ਸ਼ਰਟ ਦੇ ਵਿੱਚ ਵੀ ਕੁਝ ਅਜਿਹਾ ਹੀ ਹੁੰਦਾ ਹੈ? ਸੇਮ ਕੁੜਤੇ ਪਜਾਮੇ ਦੇ ਵਿੱਚ ਕੁਝ ਨਵੇਂ ਕਲਰ ਹੁੰਦੇ। ਮੰਨ ਲਓ ਕਿ ਕਿਸੇ ਗਾਣੇ ਦੇ ਵਿੱਚ ਕਿਸੇ ਨੇ ਇਹ ਪਾ ਲਿਆ, ਹੁਣ ਲਾਸਟ ਸਿੱਧੂ ਮੂਸੇਵਾਲੇ ਦੀ ਗੱਲ ਕਰ ਲਈਏ, ਹੁਣ ਤਾਂ ਨਹੀਂ ਰਹੇ, ਪਰ ਉਹਨਾਂ ਨੇ ਇੱਕ ਜੈਕਟ ਪਾਈ ਸੀ ਕੈਮੋਫਲੇਜ, ਜਿਹੜੀ ਮਿਲਟਰੀ ਜੈਕਟ ਹੁੰਦੀ ਆ, ਉਹ ਨਾਰਮਲੀ ਉਹਨਾਂ ਨੇ ਗਾਣੇ 'ਚ ਪਾ ਲਈ ਜਾਂ ਨਾਰਮਲ ਪਾ ਕੇ ਫੋਟੋ ਪਾਤੀ। ਉਹਦੀ ਡਿਮਾਂਡ ਇੰਨੀ ਵੱਧ ਗਈ ਕਿ ਅਸੀਂ ਪਿਛਲੇ ਸਾਲ ਦੇਖਿਆ, ਇਸ ਸਾਲ ਦੇਖਿਆ ਕਿ ਜੇ ਕਿਸੇ ਨੇ ਵੀ ਆਪਣੇ ਵਿਆਹ ਦੇ ਉੱਤੇ ਵੀ 7-8 ਕੱਪੜੇ ਸਵਾਉਣੇ ਆ ਤਾਂ ਉਹ ਜੈਕਟ ਜ਼ਰੂਰ ਲੈਣੀ ਹੈ ਕਿ ਇੱਕ ਤਾਂ ਫੈਨ ਫੋਲੋਇੰਗ ਆ ਉਹਨਾਂ ਦੀ, ਸੈਕੰਡ ਤੁਹਾਡੇ ਕੋਲ ਅਵੇਲੇਬਿਲਿਟੀ ਚਾਹੀਦੀ ਆ ਕਿ ਕਸਟਮਰ ਮੰਗ ਕੀ ਰਿਹਾ ਤੁਹਾਡੇ ਕੋਲ ਹੋਣਾ ਚਾਹੀਦਾ। ਤੇ ਸਾਡੇ ਕੋਲ ਉਹਦੇ ਵਿੱਚ 7 ਰੰਗ ਆ, ਉਹਨਾਂ ਜੈਕਟਾਂ ਦੇ ਵਿੱਚ 7 ਰੰਗ ਕਿਸੇ ਵੀ ਡਿਜ਼ਾਈਨ ਦੇ ਵਿੱਚ ਸਟਿਚ ਕਰਾ ਸਕਦਾ ਕੋਈ ਵੀ। ਸਰ ਜਿੱਦਾਂ ਤੁਸੀਂ ਦੱਸਿਆ ਕਿ ਸਿੱਧੂ ਮੂਸੇਵਾਲਾ ਨੇ ਜੋ ਜੈਕਟ ਪਾਈ ਸੀ ਉਸ ਦੀ ਬਹੁਤ ਸਾਰੀ ਡਿਮਾਂਡ ਹੈ। ਸਰ ਜੇ ਡਿਮਾਂਡ ਉਹਨਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਕਤਲ ਤੋਂ ਬਾਅਦ ਡਿਮਾਂਡ ਜਿਹੜੀ ਹੋਰ ਵਧੀ ਹੈ ਇਸ ਤੋਂ ਬਾਅਦ? ਨਹੀਂ, ਇਹਦੇ ਨਾਲ ਜੈਕਟ ਦਾ ਜਾਂ ਕਿਸੇ ਸਟਾਈਲ ਦਾ ਨਹੀਂ ਹੈਗਾ। ਫੋਲੋਇੰਗ ਪਹਿਲਾਂ ਵੀ ਬਹੁਤ ਸੀ, ਉਸ ਤੋਂ ਬਾਅਦ ਹੁਣ ਉਹ ਤੋਂ ਜ਼ਿਆਦੀ ਆ ਫੋਲੋਇੰਗ ਦੀ। ਤਾਂ ਉਹਨਾਂ ਦਾ ਕੋਈ ਵੀ ਇਹ ਨਹੀਂ ਕਹਿ ਸਕਦਾ ਕਿ ਨਹੀਂ ਹੈਗੀ ਜਾਂ ਇਸ ਕਰਕੇ ਵਧੀਆ, ਇਦਾਂ ਦੀ ਕੋਈ ਗੱਲ ਨਹੀਂ। ਜਦੋਂ ਤੁਸੀਂ ਕਿਸੇ ਨੂੰ ਆਈਡਲ ਮੰਨ ਲੈਂਦੇ ਆ, ਤੁਸੀਂ ਉਹਨੂੰ ਰੋਜ਼ ਦੇਖਦੇ ਆ, ਉਹ ਗਾਣੇ ਵਾਰ-ਵਾਰ ਦੇਖਦੇ ਆ, ਫਿਰ ਤੁਹਾਡਾ ਹਰੇਕ ਬੰਦਾ ਚਾਹੀਦਾ ਕਿ ਮੈਂ ਵੀ ਉਦਾਂ ਦਾ ਹੀ ਪਾਵਾਂ। ਜਿੱਦਾਂ ਤੁਸੀਂ ਦਿਲਜੀਤ ਦੀ ਗੱਲ ਕਰ ਲਓ, ਜੇ ਉਹ ਸ਼ੂਜ਼ ਦੇ ਨਾਲ ਆਪਣੀਆਂ ਪੱਗਾਂ ਮੈਚ ਜਾਂ 50 ਤੱਕ ਮੈਚ ਕਰਨਗੇ ਤਾਂ ਲੋਕੀ ਉਹਦਾ ਕਰਨਗੇ ਜਿਹੜੇ ਉਹਨਾਂ ਦੇ ਫੈਨ ਹੋਣਗੇ। ਹਰੇਕ ਬੰਦੇ ਨੂੰ ਇਹ ਹੁੰਦਾ ਕਿ ਮੈਂ ਵੀ ਉਦਾਂ ਦਾ ਹੀ ਦੇਖਾਂ। ਇਸ ਕਰਕੇ ਇੰਡਸਟਰੀ ਦਾ ਸਿੱਧਾ ਕੰਟੈਕਟ ਬੇਸਿਕ ਲੋਕਾਂ ਨਾਲ ਆ ਤੇ ਲੋਕਾਂ ਦਾ ਸਿੱਧਾ ਜਿਹੜਾ ਕੰਟੈਕਟ ਆ ਉਹ ਸਾਡੇ ਨਾਲ ਆ। ਜੋ ਉਹ ਦੇਖਣਗੇ, ਜੋ ਟੀਵੀ 'ਚ ਦੇਖਣਗੇ, ਉਹ ਪਾਉਣਾ ਚਾਹਣਗੇ ਤਾਂ ਸਾਡੇ ਕੋਲ ਮਿਲਦਾ ਹੈ। ਤੇ ਮੇਰੇ ਨਾਲ ਇਕਬਾਲ ਸਿੰਘ ਮੌਜੂਦ ਸੀਗੇ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ, ਜਿਨ੍ਹਾਂ ਦੇ ਨਾਲ ਅਸੀਂ ਉਹਨਾਂ ਦੇ ਸਫ਼ਰ ਦੀ ਗੱਲ ਕੀਤੀ ਕਿ ਮਾਲ ਟਾਊਨ ਦੇ ਵਿੱਚ ਉਹਨਾਂ ਨੇ ਇੱਕ ਆਪਣਾ ਸਟੂਡੀਓ ਖੋਲਿਆ ਹੋਇਆ ਜਿੱਥੇ ਕਿ ਵਾਈਡ ਰੇਂਜ ਅਵੇਲੇਬਲ ਹੈ ਵੈਡਿੰਗ ਨੂੰ ਲੈ ਕੇ, ਵੈਡਿੰਗ ਕਲੌਥਸ ਦੀ, ਜਿੱਥੇ ਮੈਨਸ ਵੇਅਰ ਨੂੰ ਲੈ ਕੇ ਬਹੁਤ ਸਾਰੀ ਵੈਰਾਈਟੀਜ਼ ਤੁਹਾਨੂੰ ਅਵੇਲੇਬਲ ਮਿਲਣਗੀਆਂ। ਤੇ ਲੋਕੇਸ਼ਨ ਉਹਨਾਂ ਨੇ ਤੁਹਾਨੂੰ ਦੱਸ ਦਿੱਤੀ ਹੈ ਕਿ ਬਿਲਕੁਲ ਸਿੰਘ ਸਭਾ ਗੁਰਦੁਆਰੇ ਦੇ ਬਿਲਕੁਲ ਸਾਹਮਣੇ ਜਿਹੜਾ ਠੀਕ ਉਹਨਾਂ ਦਾ ਸਟੂਡੀਓ ਜਿਹੜਾ ਉੱਥੇ ਅਵੇਲੇਬਲ ਹੈ। ਤੇ ਦੱਸਦੀਏ ਕਿ 2 ਸਾਲ ਪਹਿਲਾਂ ਉਹਨਾਂ ਨੇ ਕਿਹਾ ਕਿ ਅਸੀਂ ਸ਼ੁਰੂਆਤ ਕੀਤੀ ਸੀ ਪਰ ਉਹਨਾਂ ਨੂੰ ਜ਼ਰੂਰਤ ਸੀਗੀ ਕਿ ਵੈਡਿੰਗ ਸੈਕਸ਼ਨ ਜਿਹੜਾ ਅਲੱਗ ਖੋਲਣਾ ਚਾਹੀਦਾ ਹੈ ਤੇ ਹੁਣ ਉਹਨਾਂ ਨੇ ਇੱਕ ਵੈਡਿੰਗ ਸੈਕਸ਼ਨ ਜਿਹੜਾ ਅਲੱਗ ਖੋਲ ਦਿੱਤਾ ਜਿੱਥੇ ਅਲੱਗ-ਅਲੱਗ ਫੰਕਸ਼ਨਸ ਨੂੰ ਲੈ ਕੇ ਅਲੱਗ-ਅਲੱਗ ਕਲੋਥਸ ਜਿਹੜੇ ਨੇ ਅਵੇਲੇਬਲ ਨੇ, ਅਲੱਗ-ਅਲੱਗ ਫੈਬਰਿਕ ਅਵੇਲੇਬਲ ਨੇ। ਜਿਹੜੀ ਤੁਸੀਂ ਆਪਣੀ ਚੀਜ਼ ਜਿਹੜੀ ਡ੍ਰੀਮ ਸੋਚਦੇ ਹੋ ਆਪਣੇ ਕੱਪੜਿਆਂ ਨੂੰ ਲੈ ਕੇ ਵੈਡਿੰਗ ਡੇ ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਸਟਮਾਈਜ਼ ਵੀ ਕਰਦੇ ਨੇ। ਕੈਮਰਾ ਪਰਸਨ ਵਿਜੇ ਦੇ ਨਾਲ ਆਂਚਲ ਚੱਡਾ, ਪੰਜਾਬ ਬੁਲੇਟਿਨ।